ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਆਪਣਾ ਅਗਲਾ ਚੈਪਟਰ ਉਹਦਾ ਹੋਮ ਬੇਸਡ ਹੌਸਪੀਟਲ ਦਾ। ਠੀਕ ਹੈ, ਤੁਹਾਨੂੰ ਕਿਹਾ ਕਿ ਜਿਵੇਂ ਮੈਂ ਭਾਈ ਕੱਲ੍ਹ ਨੂੰ ਐਤਵਾਰ ਸੀ, ਕੱਲ੍ਹ ਨੂੰ ਮੈਂ ਧਰਨੇ 'ਤੇ ਗਿਆ ਵੀ ਤੁਹਾਨੂੰ ਦੱਸਿਆ ਸੀ ਕਿ ਹੋਮ ਬੇਸਡ ਹੌਸਪੀਟਲ ਐਂਡ ਕੇਅਰ। ਠੀਕ ਹੈ, ਇਹ ਭਾਈ ਮੈਂ ਤੁਹਾਨੂੰ ਦੱਸਿਆ ਸੀ ਕਿ ਯੂਨੀਵਰਸਿਟੀ ਦਾ 1 ਸਾਲ ਦਾ ਕੋਰਸ ਹੈ। ਜਿਵੇਂ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਵਾ, ਉਵੇਂ ਜਿਵੇਂ ਆਪਾਂ ਵੀਡੀਓ ਦੇ ਵਿੱਚ ਹੀ ਉਹ ਸਬਜੈਕਟ ਹੀ ਕਵਰ ਕਰਾਂਗੇ ਜਿਹੜੇ ਜਿਹੜੇ ਨੇ ਦਿੱਤੇ ਹੋਏ ਆ। ਨਾ ਕੋਈ ਆਪਾਂ ਐਕਸਟਰਾ ਚੀਜ਼ ਕਰਨੀ ਹੈ ਜਿਹੜੀ ਪੇਪਰ ਇੰਪੋਰਟ ਹੋਊਗੀ, ਉਹ ਤੋਂ ਇੰਪੋਰਟੈਂਟ ਹੈ ਨਹੀਂ, ਸਿਰਫ ਉਹ ਜਿਹੜਾ ਸਿਲੇਬਸ ਦੇ ਵਿੱਚ ਹੈਗਾ। ਸੋ ਦਿਖਾਉਣਾ ਜੀ ਕਿਹੜਾ ਕਿਹੜਾ ਆਪਾਂ ਕਰ ਲਿਆ, ਕਿਹੜਾ ਕਿਹੜਾ ਰਹਿ ਗਿਆ। ਦਿਖਾਉਣ ਤੋਂ ਬਾਅਦ ਹੀ ਵੀਡੀਓ ਸ਼ੁਰੂ ਕਰਿਆ ਕਰਾਂਗੇ ਆਪਾਂ। ਦੇਖੋ ਜੀ ਅਤੇ ਅੱਜ ਆਪਾਂ ਕਰ ਰਹੇ ਹਾਂ ਭਾਈ ਆਹ ਯੂਨਿਟ ਨੰਬਰ 10 ਕਰ ਰਹੇ ਹਾਂ ਅੱਜ ਆਪਾਂ ਮੀਅਰ ਐਂਡ ਰਿਕਾਰਡ ਵਾਈਟਲ ਸਾਈਨ। ਠੀਕ ਹੈ ਜੀ, ਆਹ ਆਪਾਂ ਕਰ ਚੁੱਕੇ ਹਾਂ, ਇਹਦਾ ਲੈਕਚਰ ਲੱਗ ਚੁੱਕਾ ਯੂਨਿਟ ਨੰਬਰ 11 ਦਾ। 10 ਅੱਜ ਆਪਾਂ ਕਰ ਰਹੇ ਹਾਂ। ਠੀਕ ਹੈ, ਇਸ ਤੋਂ ਬਾਅਦ ਆਪਾਂ ਕਰ ਰਹੇ ਹਾਂ ਆ ਪ੍ਰੀ ਆਪਰੇਟਿਵ ਪੋਸਟ ਆਪਰੇਟਿਵ, ਇਹ ਵੀ ਆਪਣਾ ਹੋ ਚੁੱਕਿਆ। ਠੀਕ ਹੈ, ਇਸ ਤੋਂ ਬਾਅਦ ਆਪਾਂ ਲੈਂਡੋ ਵਾਲੀ ਚੱਲਾਂਗੇ, ਤੁਹਾਡਾ ਕੋਰਸ ਸਾਰਾ ਕੰਪਲੀਟ ਕਰਵਾ ਦੂੰਗਾ। ਓਕੇ, ਕਿਉਂਕਿ ਇਹ ਕੋਰਸ ਦੇ ਭਾਈ ਮਿਹਨਤ ਬਹੁਤ ਲੱਗਦੀ ਹੈ, ਕੰਟੈਂਟ ਭਾਲ ਕੇ ਲਿਖਣਾ ਬਹੁਤ ਔਖਾ। ਦੂਸਰੀ ਮੇਨ ਗੱਲ ਇਹ ਕਿ ਇਹਦੀ ਕੋਈ ਅਲੱਗ ਤੋਂ ਬੁੱਕ ਵੀ ਨਹੀਂ ਆਉਂਦੀ ਕਿ ਬੰਦਾ ਹੋਮ ਬੇਸਡ ਹੌਸਪੀਟਲ ਗਿਆ ਦੀ ਬੁੱਕਸ ਲੈ ਲੇ, ਉਹ ਵੀ ਕੋਈ ਆਉਂਦੀ ਨਹੀਂ। ਉਹ ਵੀ ਜੇ ਆਉਂਦੀ ਹੈ ਸਿਰਫ ਬੇਸਿਕ ਆਉਂਦੀ ਹੈ। ਠੀਕ ਹੈ, ਉਹਦੇ 'ਚ ਮਤਲਬ MCQ ਦੇ ਦਿੰਦੇ 150। ਠੀਕ ਹੈ, ਉਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ। ਇਹ ਨੋਟਸ ਆਪ ਬਣਾਉਣੇ ਪੈਂਦੇ, ਜਿੰਨੇ ਚਿਰ ਨੋਟਸ ਆਪ ਨਹੀਂ ਤਿਆਰ ਕਰਦੇ ਉਨੇ ਚਿਰ ਗੱਲ ਬਣਦੀ ਨਹੀਂ ਭਾਈ ਇਹਦੀ। ਠੀਕ ਹੈ, ਤਾਂ ਭਾਈ ਹੁਣ ਦੇਖਿਓ ਅਤੇ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਵਾਈਟਲ ਸਾਈਨ। ਇਹਦੇ ਲੈਕਚਰ ਨੂੰ ਚੰਗੀ ਤਰ੍ਹਾਂ ਲਾਉਣਾ ਗਾ। ਠੀਕ ਹੈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ, ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ, ਅਤੇ ਧਿਆਨ ਨਾਲ ਲਾਉਣਾ ਭਾਈ ਸਾਰਾ ਲੈਕਚਰ, ਕੋਈ ਵੀ ਇਹਦੇ ਵਿੱਚ ਫਾਲਤੂ ਚੀਜ਼ ਨਹੀਂ ਦਿੱਤੀ ਹੋਈ ਸਿਰਫ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ। ਠੀਕ ਹੈ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਪੁੱਤਰੋ ਕਮੈਂਟ ਜ਼ਰੂਰ ਕਰ ਦਿਆ ਕਰੋ, ਕਿਉਂਕਿ ਮਿਹਨਤ ਨਾਲ ਕੰਟੈਂਟ ਬਣਦਾ। ਕੋਈ ਐਂ ਤਾਂ ਹੈ ਨਹੀਂ ਕਿ ਉਹੀ ਬਸ ਪਿਆ ਹੁੰਦਾ ਕਿ ਚੱਕ ਕੇ ਆਪਾਂ ਕਾਪੀ ਪੇਸਟ ਕਰਕੇ ਲਾਉਣਾ ਗਾ। ਠੀਕ ਹੈ, ਆਪਦੇ ਹੱਥੀਂ ਟਾਈਪਿੰਗ ਕਰਕੇ ਫਿਰ ਬਣਾਉਣਾ ਪੈਂਦਾ। ਮਿਹਨਤ ਬਹੁਤ ਲੱਗਦੀ ਹੈ, ਤੁਹਾਡਾ ਵੀ ਹੱਕ ਬਣਦਾ ਮਿਹਨਤ ਨਾਲ ਮੁੱਲ ਮੋੜਨ ਦਾ। ਠੀਕ ਹੈ, ਸੋਰੀ ਪੁੱਤੋ ਥੋੜ੍ਹਾ ਗਲਾ ਖਰਾਬ ਹੋਇਆ ਪਿਆ ਜੀ। ਹਾਂ, ਦੂਸਰੀ ਮੇਨ ਗੱਲ ਕੀ ਹੈ, ਦੂਸਰੀ ਮੇਨ ਗੱਲ ਇਹ ਹੈ ਕਿ ਦੇਖੋ ਜਿਹੜੀ 8ਵੀਂ ਤੱਕ ਦਾ ਸਿਲੇਬਸ ਹੈ ਉਹਦਾ ਤੁਹਾਡਾ ਮੈਂ ਕੰਪਲੀਟ ਕਰਵਾਈ ਦੇਣਾ। ਉਹ ਤਾਂ ਹਰੇਕ ਹੀ ਕਰਵਾ ਦੂਗਾ, ਉਹਦਾ ਤਾਂ ਕੋਈ ਚੱਕਰ ਨਹੀਂ ਨਾ। 2 MCQ ਚੱਕ 8ਵੀਂ ਲਾ ਦੋ, ਹਰੇਕ ਪਾ ਦੂਗਾ। ਰੌਲਾ ਹੈਗਾ ਗਾ ਹੋਮ ਬੇਸਡ ਨਾ ਹੌਸਪੀਟਲ ਕੇਅਰ ਕਰਵਾਉਣ ਦਾ। ਠੀਕ ਹੈ, ਰੌਲਾ ਸਾਰਾ ਇਹਦਾ ਪੈਂਦਾ ਹੈਗਾ। ਓਕੇ ਜੀ, ਚਲੋ ਹੁਣ ਚੱਲਦੇ ਹਾਂ ਪੈਨ ਨੰਬਰ 'ਤੇ। ਵਾਈਟਲ ਸਾਈਨ। ਵਾਈਟਲ ਸਾਈਨ ਹੁੰਦੇ ਕੀ ਹੈ? ਸਭ ਤੋਂ ਪਹਿਲਾਂ ਪ੍ਰਸ਼ਨ ਇਹ ਪੁੱਛਿਆ ਸਕਦਾ, ਵਾਈਟਲ ਸਾਈਨ ਸਾਡੇ ਸਰੀਰ ਨੂੰ ਮੀਅਰਮੈਂਟ ਕਰਨ ਦਾ ਸਹੀ ਤਰੀਕਾ ਹੈ। ਸਰੀਰ ਦੀ ਕੰਡੀਸ਼ਨ ਨੂੰ ਮੀਅਰਮੈਂਟ ਕਰਨ ਦਾ ਸਹੀ ਤਰੀਕਾ ਹੈਗਾ, ਜਿਸ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਬਾਡੀ ਦੀ ਬੇਸਿਕ ਸਥਿਤੀ ਕੀ ਹੈ, ਕਿ ਆਪਣੀ ਬਾਡੀ ਦੀ ਬੇਸਿਕ ਸਥਿਤੀ ਕੀ ਹੈ, ਕਿ ਆਪਣੀ ਬਾਡੀ ਹੀਟ ਤਾਂ ਨਹੀਂ ਹੈਗੀ, ਆਪਣੀ ਬਾਡੀ ਠੰਡੀ ਤਾਂ ਨਹੀਂ, ਆਪਣਾ ਸਿਰ ਤਾਂ ਨਹੀਂ ਦਰਦ ਹੋ ਰਿਹਾ, ਆਪਣਾ ਬਲੱਡ ਪ੍ਰੈਸ਼ਰ ਤਾਂ ਨਹੀਂ ਵਧਿਆ, ਆਪਣੀ ਧੜਕਣ ਕਿਵੇਂ ਹੈ। ਠੀਕ ਹੈ, ਸਾਰਾ ਕੁਝ ਜਾਣਨ ਦੀ ਜਿਹੜੀ ਕਿਰਿਆ ਹੁੰਦੀ ਹੈ, ਸਾਰਾ ਕੁਝ ਜਾਣਨਾ ਇੱਕ ਬੇਸਿਕ ਫੰਕਸ਼ਨ ਹੁੰਦਾ। ਦੇਖੋ ਜਦੋਂ ਆਪਾਂ ਕਿਸੇ ਵਧੀਆ ਡਾਕਟਰ ਕੋਲ ਜਾਵਾਂਗੇ, ਡਾਕਟਰ ਕੋਈ ਵੀ ਡਾਕਟਰ ਅੱਜ ਦੇ ਟਾਈਮ 'ਚ ਭਾਵੇਂ ਤੁਹਾਡਾ ਸਿਰ ਦੁਖਦਾ, ਭਾਵੇਂ ਤੁਹਾਨੂੰ ਜ਼ੁਕਾਮ ਹੈ, ਭਾਵੇਂ ਤੁਹਾਨੂੰ ਛੋਟੀ ਤੋਂ ਛੋਟੀ ਬਿਮਾਰੀ ਹੈ, ਉਹਨੇ ਸਭ ਤੋਂ ਪਹਿਲਾਂ ਜਾ ਕੇ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਨਾ, ਕਿਉਂਕਿ ਬਲੱਡ ਪ੍ਰੈਸ਼ਰ ਹੀ ਇੱਕ ਅਹਿਮ ਚੀਜ਼ ਹੈਗੀ ਜਿਹੜੀ ਬੰਦੇ ਦੀ ਜਾਨ ਬਚਾ ਸਕਦਾ ਹੈਗਾ। ਠੀਕ ਹੈ, ਇਹ ਕੰਮ ਨਹੀਂ ਹੈਗਾ। ਠੀਕ ਹੈ, ਅਤੇ ਬਲੱਡ ਪ੍ਰੈਸ਼ਰ ਇੱਕ ਇਹੋ ਜਿਹੀ ਚੀਜ਼ ਹੈ ਭਾਈ, ਜਦੋਂ ਵੀ ਕੋਈ ਦਵਾਈ ਦੇਣੀ ਹੁੰਦੀ ਹੈ ਡਾਕਟਰ ਨੇ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਦਾ। ਕਿਉਂਕਿ ਬਲੱਡ ਪ੍ਰੈਸ਼ਰ ਕਈ ਵਾਰ ਨਾ ਚੈੱਕ ਕਰੇ, ਵਿੱਚ ਜਿਹੜੇ ਡਾਕਟਰ ਹੁੰਦੇ ਆ, ਜਿਵੇਂ ਤੁਹਾਨੂੰ ਦੱਸਿਆ ਸੀ ਸਾਡੇ ਪਿੰਡ ਵਾਲਾ, ਅਤੇ ਉਹ ਕੀ ਕਰਦਾ ਸਿੱਧੇ ਟੀਕਾ ਕੱਟ ਦਿੰਦਾ ਸੀ। ਉਹਦਾ ਜੋਗਰਾਜ ਵਾਲਾ ਕੰਮ ਸੀ। ਜੋਗਰਾਜ ਤਾਂ ਨਹੀਂ ਹੁੰਦਾ ਸੀ, ਜੋਗਰਾਜ ਫਿਲਮਾਂ ਦੇ ਵਿੱਚ ਕਹਿੰਦਾ ਹੁੰਦਾ ਸੀ ਕਿ ਅਸੀਂ ਬੰਦਾ ਮਾਰ ਕੇ ਬਾਅਦ 'ਚ ਕਸੂਰ ਪੁੱਛਦੇ ਹੈਗੇ, ਹੈ ਨਾ। ਅਤੇ ਉਵੇਂ ਜਿਵੇਂ ਉਹ ਜਿਹੜਾ ਸਾਡੇ ਪਿੰਡ ਵਾਲਾ ਸੀ, ਉਹ ਵੀ ਪਹਿਲਾਂ ਟੀਕਾ ਲਾ ਕੇ ਬੰਦੇ ਦੇ ਬਾਅਦ 'ਚ ਪੁੱਛਦਾ ਹੁੰਦਾ ਸੀ ਭਾਈ ਹਾਂ ਹੁਣ ਦੱਸ ਤੈਨੂੰ ਕੀ ਬਿਮਾਰੀ ਹੈ। ਠੀਕ ਹੈ, ਵਿੱਚ ਇਹੋ ਜਿਹੇ ਵੀ ਪਏ ਹੁੰਦੇ ਡਾਕਟਰ। ਪਰ ਜਿਹੜਾ ਸਿਆਣਾ ਡਾਕਟਰ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰੂਗਾ ਮਰੀਜ਼ ਦਾ। ਠੀਕ ਹੈ ਜੀ, ਬਲੱਡ ਪ੍ਰੈਸ਼ਰ ਕਿਵੇਂ ਹੈ, ਇਸ ਤੋਂ ਬਾਅਦ ਉਹ ਅਗਲਾ ਕਦਮ ਚੁੱਕੂਗਾ। ਆਪਣੇ ਨਾਲ ਸਿੱਧੀ ਕੱਢ ਦਿੰਦੇ ਟੀਕੇ, ਚੱਲਣ 'ਤੇ ਜ਼ੁਕਾਮ 'ਤੇ ਵੀ ਟੀਕਾ, ਮਾੜੀ ਹੋਰ ਕੋਈ ਪ੍ਰੋਬਲਮ ਹੋ ਗਈ ਤਾਂ ਵੀ ਟੀਕਾ, ਇਹ ਕੰਮ ਹੈ। ਇਸ ਤੋਂ ਬਾਅਦ TPR, ਇਹ ਸਾਡੀ ਬਾਡੀ ਲਈ ਇੱਕ ਮਹੱਤਵਪੂਰਨ ਫੰਕਸ਼ਨ ਹੈ। TPR ਹੈ ਜਿਹੜਾ, ਇਹ ਸਾਡੀ ਬਾਡੀ ਵਾਸਤੇ ਇੱਕ ਮਹੱਤਵਪੂਰਨ ਫੰਕਸ਼ਨ ਹੈ। ਟੀਮੇਟ ਕੀ ਸੀ ਦੱਸੋ ਪੁੱਤਰੋ, ਇਹ ਤੁਸੀਂ ਦੱਸੋ, ਹੁਣ ਮੈਂ ਨਹੀਂ ਦੱਸਦਾ, ਹੁਣ ਬਹੁਤ ਵਾਰੀ ਕਰਵਾ ਦਿੰਦਾ ਤੁਹਾਨੂੰ ਇਹ ਚੀਜ਼ਾਂ ਮੈਂ। ਚੱਲ ਦੱਸ ਦਿੰਦਾ। ਟੀਮੇਟ ਟੈਂਪਰੇਚਰ, ਠੀਕ ਹੈ, ਪੀ ਮੈਨੇ ਪਲਸਸ, ਆਰ ਮੈਨੇ ਰੈਸਪੀਰੇਟਰੀ ਸਿਸਟਮ, ਜਿਹਨੂੰ ਆਪਾਂ ਸਾਹ ਦਰ ਕਹਿ ਦਿੰਦੇ ਹਾਂ। ਇਹ ਤਿੰਨੇ ਚੀਜ਼ਾਂ ਆ ਜਾਂਦੀਆਂ। TPR ਇਹ ਇੱਕ ਮਹੱਤਵਪੂਰਨ ਫੰਕਸ਼ਨ ਹੈ ਜਿਸ ਨਾਲ ਮਰੀਜ਼ ਦੀ ਦਵਾਈ ਜਾਂ ਮਰੀਜ਼ ਨੂੰ ਆਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਨੋਰਮਲ ਜਾਂਚ ਕੀਤੀ ਜਾਂਦੀ ਹੈ। TPR ਕੀ ਹੈ ਭਾਈ? ਇੱਕ ਨੋਰਮਲ ਜਾਂਚ ਹੈ ਜਿਹੜੀ ਆਪਰੇਸ਼ਨ ਤੋਂ ਪਹਿਲਾਂ ਅਤੇ ਆਪਰੇਸ਼ਨ ਤੋਂ ਬਾਅਦ 'ਚ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਹੀ ਹੈ। ਇਹਦੇ ਵਿੱਚ ਪਹਿਲੇ ਵਿੱਚ ਹੁਣ ਕਿਹੜੀਆਂ ਚੀਜ਼ਾਂ ਯਾਦ ਕਰਨ ਵਾਲੀਆਂ ਰਹਿ ਗਈਆਂ ਉਹ ਦੇਖੋ। ਹੁਣ ਤੁਸੀਂ ਜਿਹੜੇ ਵਾਈਟਲ ਸਾਈਨ ਹੈ, ਇਹ ਸਰੀਰ ਨੂੰ ਮੀਅਰਮੈਂਟ ਜਾਂ ਸਰੀਰ ਦੀ ਕੰਡੀਸ਼ਨ ਨੂੰ ਮੀਅਰਮੈਂਟ ਕਰਨ ਦਾ ਤਰੀਕਾ ਹੈਗਾ, ਜਿਸ ਤੋਂ ਸਾਡੇ ਸਰੀਰ ਦੀ ਬੇਸਿਕ ਸਥਿਤੀ ਪਤਾ ਲੱਗਦੀ ਹੈ। TPR ਦੀ ਫੁੱਲ ਫਾਰਮ ਯਾਦ ਕਰਨੀ ਹੈ।
ਇਸ ਨਾਲ ਮਰੀਜ਼ ਨੂੰ ਪਹਿਲਾਂ ਅਤੇ ਬਾਅਦ ਵਿੱਚ। ਠੀਕ ਹੈ ਜੀ, ਇਹ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਤੀਆਂ। ਅਤੇ ਹੁਣ ਦੇਖੋ TPR ਬਾਰੇ, ਫੁੱਲ ਫਾਰਮ ਬਾਰੇ ਤੁਹਾਨੂੰ ਪਤਾ ਲੱਗਾ। TPR ਦੀ ਫੁੱਲ ਫਾਰਮ ਹੈ। ਵਾਈਟਲ ਸਾਈਨ ਕੀ ਹੁੰਦੇ ਆ ਇਹ ਵੀ ਤੁਹਾਨੂੰ ਦੱਸਤਾ ਮੈਂ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਵਾਈਟਲ ਸਾਈਨ ਕਿੰਨੇ ਤਰ੍ਹਾਂ ਦੇ ਹੁੰਦੇ ਆ? TPR ਤਾਂ 3 ਤਰ੍ਹਾਂ ਦੇ, ਵਾਈਟਲ ਸਾਈਨ ਹੁੰਦੇ ਆ ਬਈ 4 ਤਰ੍ਹਾਂ ਦੇ। ਠੀਕ ਹੈ, ਵਾਈਟਲ ਸਾਈਨ ਹੁੰਦੇ ਆ 4 ਤਰ੍ਹਾਂ ਦੇ। ਪਹਿਲਾ ਕਿਹੜਾ ਹੁੰਦਾ? ਬੋਡੀ ਟੈਂਪਰੇਚਰ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ BT ਕਹਿ ਦਿੰਦੇ। ਪੁੱਛ ਸਕਦੇ ਇਹ ਸ਼ਾਰਟ ਫਾਰਮ ਦੇ ਵਿੱਚ ਕਿ BT ਦੀ ਫੁੱਲ ਫਾਰਮ ਕੀ ਹੈ। BT ਦੀ ਫੁੱਲ ਫਾਰਮ ਹੈਗੀ ਹੈ ਬੋਡੀ ਟੈਂਪਰੇਚਰ। ਇਸ ਤੋਂ ਬਾਅਦ ਪੁੱਛ ਸਕਦੇ ਇਹ HR ਦੀ ਫੁੱਲ ਫਾਰਮ ਕੀ ਹੈ। ਇਹ ਹੈਗੀ ਆ HR ਦੀ ਫੁੱਲ ਫਾਰਮ ਹਾਰਟ ਰੇਟ ਜਾਂ ਪਲਸ, ਦੋਨਾਂ ਨੂੰ ਕਹਿ ਸਕਦੇ ਆ। ਵੀ ਗੱਲ ਧਿਆਨ ਰੱਖਣੀ, ਕਈ ਵਾਰੀ ਪੁੱਛ ਲੈਂਦੇ ਆ ਕਿ ਹਾਰਟ ਬੀਟ ਹੈ ਜਿਹੜੀ ਕਿਹੜੀ ਚੀਜ਼ ਨਾਲ ਰਿਲੇਟ ਕਰਦੀ ਹੈ, ਤਾਂ ਇਹ ਰਿਲੇਟ ਕਰਦੀ ਹੈ ਪਲਸ ਨਾਲ। ਜਾਂ ਪੁੱਛ ਸਕਦੇ ਜਿਹੜੀ ਪਲਸਸ ਹੈ ਇਹ ਕਾਹਦੇ ਨਾਲ ਰਿਲੇਟ ਕਰਦੀ ਹੈ? ਇਹ ਕਰਦੀ ਹੈ ਹਾਰਟ ਬੀਟਾਂ। ਦੋਨੇ ਸੇਮ ਚੀਜ਼ਾਂ ਹੀ ਹੈਗੀਆਂ। ਠੀਕ ਹੈ, ਕਈ ਵਾਰੀ ਤੁਹਾਨੂੰ ਇਹ 4 ਚੀਜ਼ਾਂ ਦੇ ਦੇਣ, ਤੁਸੀਂ ਕਹੋ ਯਾਰ ਪਲਸਸ ਹੈਡ ਹਾਰਟ ਬੀਟ ਤਾਂ ਨਹੀਂ ਸਕਦੀ ਇੱਥੇ, ਜਾਂ ਹਾਰਟ ਬੀਟ ਆ ਪਲਸਸ ਨਹੀਂ ਆ ਸਕਦੀ, ਦੋਨਾਂ ਦਾ ਕੰਮ ਸੇਮ ਹੀ ਹੈ। ਅਤੇ ਕਈ ਵਾਰੀ ਤੁਹਾਨੂੰ ਪੁੱਛ ਸਕਦੇ ਕਿ HR ਦੀ ਫੁੱਲ ਫਾਰਮ ਕੀ ਹੈ, ਤਾਂ HR ਦੀ ਫੁੱਲ ਫਾਰਮ ਭਾਈ ਹੈਗੀ ਹੈ ਹਾਰਟ ਬੀਟ। ਇਸ ਤੋਂ ਬਾਅਦ ਆ ਗਿਆ ਆਪਣਾ ਰੈਸਪੀਰੇਸ਼ਨ ਰੇਟ, ਇਹਨੂੰ ਆਪਾਂ ਕਹਿੰਦੇ ਨੇ RR। ਕਈ ਵਾਰੀ ਪੁੱਛਿਆ ਜਾ ਸਕਦਾ ਕਿ RR ਦੀ ਫੁੱਲ ਫਾਰਮ ਕੀ ਹੈ। ਇਹਦੇ ਵਿੱਚ ਕੀ ਚੀਜ਼ ਰਿਕਾਰਡ ਕੀਤੀ ਜਾਂਦੀ ਹੈ? ਇਹਦੇ ਵਿੱਚ ਰਿਕਾਰਡ ਕੀਤੀ ਜਾਂਦੀ ਹੈ ਸਾਹ ਦੀ ਦਰ। ਇਸ ਤੋਂ ਬਾਅਦ ਬਲੱਡ ਪ੍ਰੈਸ਼ਰ BP ਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ। ਪੁੱਛ ਸਕਦੇ BP ਦੀ ਫੁੱਲ ਫਾਰਮ ਕੀ ਹੁੰਦੀ ਹੈ। ਠੀਕ ਹੈ, ਹੁਣ ਇੰਨੀਆਂ ਗੱਲਾਂ ਸਾਰਿਆਂ ਨੂੰ ਕਲੀਅਰ ਹੋ ਗਈਆਂ। ਬੋਡੀ ਟੈਂਪਰੇਚਰ ਤੋਂ ਸਰੀਰ ਦਾ ਤਾਪਮਾਨ ਚੈੱਕ ਕੀਤਾ ਜਾਂਦਾ। ਪਲਸ ਤੋਂ ਅਤੇ ਹਾਰਟ ਬੀਟ ਤੋਂ ਆਪਣੇ ਦਿਲ ਦੀ ਧੜਕਣ ਚੈੱਕ ਕੀਤੀ ਜਾਂਦੀ ਹੈ। ਇਹ ਤੋਂ ਆਪਣੀ RR ਤੋਂ ਆਪਣੀ ਸਾਹ ਦੀ ਦਰ ਪਤਾ ਕੀਤੀ ਜਾਂਦੀ ਹੈ। ਇਹ ਤੋਂ ਆਪਣਾ ਬਲੱਡ ਪ੍ਰੈਸ਼ਰ ਪਤਾ ਕੀਤਾ ਜਾਂਦਾ ਹੈਗਾ। ਠੀਕ ਹੈ, ਸਾਰੀਆਂ ਚੀਜ਼ਾਂ ਯਾਦ ਰੱਖਣੀਆਂ। ਕੀ ਤੋਂ ਪਤਾ ਕੀਤਾ ਜਾਂਦਾ? ਆਹ ਫੁੱਲ ਫਾਰਮਾਂ ਯਾਦ ਰੱਖਣੀਆਂ। ਠੀਕ ਹੈ, ਇਹ ਤੋਂ ਡਿਟੇਲ 'ਚ ਤੁਹਾਨੂੰ ਬਾਈ ਕੋਈ ਨਹੀਂ ਕਰਵਾ ਸਕਦਾ। ਇਸ ਤੋਂ ਬਾਅਦ ਪ੍ਰਸ਼ਨ ਪੁੱਛਿਆ ਜਾਂਦਾ, ਇਸ ਨੂੰ ਲਾਈਫ ਆਫ ਸਾਈਨ ਵੀ ਕਿਹਾ ਜਾਂਦਾ। ਪ੍ਰਸ਼ਨ ਆਊਗਾ ਕਿ ਵਾਈਟਲ ਸਾਈਨ ਦਾ ਦੂਸਰਾ ਨਾਮ ਕੀ ਹੈ? ਵਾਈਟਲ ਸਾਈਨ ਦਾ ਦੂਸਰਾ ਨਾਮ ਕੀ ਹੈ? ਲਾਈਫ ਆਫ ਸਾਈਨ। ਇੱਕ ਤਾਂ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਹੈ। ਦੂਜਾ ਪ੍ਰਸ਼ਨ ਕੀ ਬਣੂਗਾ? ਦੂਜਾ ਪ੍ਰਸ਼ਨ ਬਣੂਗਾ ਭਾਈ ਇਹ ਕਿ ਜਿਹੜੇ ਉਹ ਵਾਈਟਲ ਸਾਈਨ ਆ ਇਹਨਾਂ ਦਾ ਦੂਸਰਾ ਨਾਮ ਕੀ ਹੈ? ਇੱਕ ਤਾਂ ਇਹ ਪ੍ਰਸ਼ਨ ਬਣੂਗਾ। ਇੱਕ ਪੁੱਛ ਸਕਦਾ ਹੈ ਕਿ ਲਾਈਫ ਆਫ ਸਾਈਨ ਕਿਹਨੂੰ ਕਿਹਾ ਜਾਂਦਾ ਹੈਗਾ। ਇੱਕ ਐਂ ਵੀ ਪ੍ਰਸ਼ਨ ਬਣ ਸਕਦਾ। ਦੇਖੋ ਉਹਦਾ ਪੇਪਰ ਵਾਲੇ ਡਿਪੈਂਡ ਕਰਦਾ ਕਿ ਗੱਲ ਕਿਵੇਂ ਘੁਮਾ ਕੇ ਪੁੱਛ ਰਿਹਾ ਉਹ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਕਿ ਵਾਈਟਲ ਸਾਈਨ ਦੀ ਸੰਖਿਆ ਕਿੰਨੀ ਹੁੰਦੀ ਹੈ? ਵਾਈਟਲ ਸਾਈਨ ਦੀ ਸੰਖਿਆ ਹੁੰਦੀ ਹੈ ਭਾਈ 4, ਅਤੇ TPR ਦੇ ਵਿੱਚ ਕਿੰਨੇ ਹੁੰਦੇ ਆ? 3। ਇਹ ਗੱਲ ਯਾਦ ਰੱਖਣੀ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੋਡੀ ਟੈਂਪਰੇਚਰ ਬਾਰੇ। ਕਿਹਦੇ ਬਾਰੇ? ਬੋਡੀ ਟੈਂਪਰੇਚਰ ਬਾਰੇ ਆਪਾਂ ਗੱਲ ਕਰਦੇ ਹਾਂ। ਨੰਬਰ 'ਤੇ ਇਹ ਕਾਹਦਾ ਹਿੱਸਾ ਹੈਗਾ? ਇਹ ਹੈਗਾ ਵਾਈਟਲ ਸਾਈਨ ਦਾ। ਇਸ ਤੋਂ ਸਾਡੀ ਬੋਡੀ ਦਾ ਤਾਪਮਾਨ ਪਤਾ ਲੱਗਦਾ। ਬੋਡੀ ਟੈਂਪਰੇਚਰ ਤੋਂ ਕੀ ਪਤਾ ਲੱਗਦਾ? ਆਪਣੇ ਸਰੀਰ ਦਾ ਤਾਪਮਾਨ ਪਤਾ ਲੱਗਦਾ, ਕਿਉਂਕਿ ਸਾਡੀ ਬੋਡੀ ਇੱਕ ਅਲੱਗ ਤਰ੍ਹਾਂ ਦਾ ਤਾਪਮਾਨ ਬਣਾ ਕੇ ਰੱਖਦੀ ਹੈ। ਦੇਖੋ ਆਪਣੀ ਬੋਡੀ ਦਾ ਹਰੇਕ ਬੰਦੇ ਦਾ ਤਾਪਮਾਨ ਅਲੱਗ-ਅਲੱਗ ਹੁੰਦਾ ਗਾ। ਇਹ ਇੱਕ ਤਾਲਮੇਲ ਬਣਾ ਕੇ ਰੱਖਦੀ ਹੈ। ਸਾਡੇ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਅਤੇ ਸਰੀਰ ਨੂੰ ਆਪਣੀ ਗਰਮੀ ਛੱਡਦਾ। ਦੇਖੋ ਆਪਣੇ ਸਰੀਰ ਦੇ ਵਿੱਚ ਜਦੋਂ ਆਪਾਂ ਕੋਈ ਖਾਣਾ ਖਾਂਦੇ ਹਾਂ ਉਦੋਂ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਆਪਾਂ ਖਾਣਾ ਖਾ ਲਿਆ ਤਾਂ ਆਪਾਂ ਨੂੰ ਅੱਧਾ ਘੰਟਾ ਤਾਂ ਕੋਈ ਪਾਣੀ ਨਹੀਂ ਪੀਣਾ ਚਾਹੀਦਾ, 15-20 ਮਿੰਟ ਨਾ ਹੀ ਖਾਣਾ ਖਾਣ ਤੋਂ ਬਾਅਦ ਆਪਾਂ ਨੂੰ ਨਹਾਉਣਾ ਚਾਹੀਦਾ। ਕਿਉਂਕਿ ਜਦੋਂ ਆਪਾਂ ਕੋਈ ਵੀ ਖਾਣਾ ਖਾ ਲਿਆ ਆਪਣੀ ਬੋਡੀ ਦੇ ਵਿੱਚ ਅੰਦਰ ਇੱਕ ਰਿਐਕਸ਼ਨ ਹੁੰਦੀ ਹੈ, ਜਿਹਦੇ ਕਰਕੇ ਕੀ ਹੁੰਦੀ ਹੈ? ਐਨਾਬੋਲਿਕ ਰਿਐਕਸ਼ਨ ਹੁੰਦੀ ਹੈ। ਐਨਾਬੋਲਿਕ ਦਾ ਮਤਲਬ ਆਪਣੇ ਖਾਣਾ ਟੁੱਟਦਾ ਛੋਟੇ ਭਾਗਾਂ ਦੇ ਵਿੱਚ। ਐਨਾਬੋਲਿਕ ਦੇ ਵਿੱਚ ਕੋਈ ਚੀਜ਼ ਟੁੱਟਦੀ ਹੁੰਦੀ ਹੈ ਤਾਂ ਉਦੋਂ ਆਪਣਾ ਸਰੀਰ ਹੀਟ ਕਰ ਰਿਹਾ ਹੁੰਦਾ ਅੰਦਰੋਂ। ਜਦੋਂ ਖਾਣਾ ਬਣ ਕੇ ਹਟ ਗਿਆ ਆਪਣੇ ਸਰੀਰ ਵਿੱਚ ਤਾਕਤ ਮਿਲ ਗਈ, ਇਸ ਤੋਂ ਬਾਅਦ ਆਪਣਾ ਸਰੀਰ ਕੀ ਕਰਦਾ ਗਾ? ਹੀਟ ਨੂੰ ਰਿਡਿਊਸ, ਪਹਿਲਾਂ ਰਿਡਿਊਸ ਨੂੰ ਪ੍ਰੋਡਿਊਸ ਕਰਦਾ, ਫਿਰ ਹੀਟ ਨੂੰ ਰਿਡਿਊਸ ਕਰਦਾ ਗਾ। ਤਾਂ ਇਹ ਜਿਹੜਾ ਦੋਨਾਂ ਦੇ ਵਿਚਾਲੇ ਤਾਲਮੇਲ ਹੁੰਦਾ, ਹੀਟ ਪ੍ਰੋਡਿਊਸ ਕਰਨਾ, ਪੈਦਾ ਕਰਨਾ ਅਤੇ ਹੀਟ ਨੂੰ ਰਿਡਿਊਸ ਕਰਨਾ, ਇਹ ਦੋਨਾਂ ਦੇ ਵਿਚਕਾਰ ਦਾ ਜਿਹੜਾ ਸੰਬੰਧ ਆ ਉਹ ਹੁੰਦਾ ਬੋਡੀ ਟੈਂਪਰੇਚਰ। ਠੀਕ ਹੈ, ਇਹਨਾਂ ਦੇ ਵਿਚਾਰਲੇ ਟੈਂਪਰੇਚਰ ਨੂੰ ਬੋਡੀ ਟੈਂਪਰੇਚਰ ਕਿਹਾ ਜਾਂਦਾ। ਹੀਟ ਪੈਦਾ ਕਰਨ ਅਤੇ ਹੀਟ ਰਿਡਿਊਸ ਕਰਨ ਨੂੰ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਜਿਹੜਾ ਆਪਣਾ ਨੋਰਮਲ ਬੋਡੀ ਟੈਂਪਰੇਚਰ ਹੁੰਦਾ ਅਡਲਟ ਦੇ ਵਿੱਚ, ਠੀਕ ਹੈ, ਤਾਂ ਉਹ ਕਹਿੰਦੇ ਅਲੱਗ-ਅਲੱਗ ਹੁੰਦਾ ਗਾ। ਠੀਕ ਹੈ, ਅਲੱਗ-ਅਲੱਗ ਹੁੰਦਾ। ਜੇ ਆਪਾਂ ਦੇਖੋ ਆਪਣੇ ਸਰੀਰ ਦਾ ਜਿਹੜਾ ਤਾਪਮਾਨ ਹੈ ਉਹ 3 ਹਿੱਸਿਆਂ ਤੋਂ ਰਿਕਾਰਡ ਕੀਤਾ ਜਾਂਦਾ ਸਰੀਰ ਦੇ ਤੋਂ। ਠੀਕ ਹੈ, ਅੱਜ ਦੇ ਟਾਈਮ 'ਚ 4 ਹਿੱਸੇ ਰਿਕਾਰਡ ਕੀਤਾ ਜਾਂਦਾ, ਪਰ ਪਹਿਲਾਂ 3 ਰਿਕਾਰਡ ਕੀਤਾ ਜਾਂਦਾ ਆਮ ਤੌਰ 'ਤੇ। ਸਭ ਤੋਂ ਪਹਿਲਾਂ ਔਰਲ ਕੀ ਹੁੰਦਾ ਗਾ? ਜਦੋਂ ਵੀ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਆਪਣੇ ਮੂੰਹ ਦੇ ਵਿੱਚ ਉਹ ਨਹੀਂ ਥਰਮਾਮੀਟਰ ਜਿਹਾ ਪਾ ਦਿੰਦਾ ਹੁੰਦਾ, ਜਿਹੜਾ ਮੂੰਹ ਰਾਹੀਂ ਟੈਂਪਰੇਚਰ ਚੈੱਕ ਕੀਤਾ ਜਾਂਦਾ ਬੋਡੀ ਦਾ, ਉਹਨੂੰ ਆਪਾਂ ਕਹਿੰਦੇ ਹਾਂ ਔਰਲ ਟੈਂਪਰੇਚਰ। ਇਹਦੇ ਵਿੱਚ ਕੀ ਹੁੰਦਾ ਗਾ? ਇਹਦਾ ਦੇਖੋ ਜੇ ਤਾਂ ਅਗਲਾ ਸੈਂਟੀਗ੍ਰੇਡ ਦੇ ਵਿੱਚ ਮਿਲ ਰਿਹਾ ਹੈਗਾ, 37 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਆਪਾਂ ਟੈਂਪਰੇਚਰ ਮਿਲ ਰਹੇ ਹਾਂ, ਤਾਂ ਫਿਰ ਤਾਂ ਆਪਣਾ 37 ਡਿਗਰੀ ਸੈਂਟੀਗ੍ਰੇਡ ਬਿਲਕੁਲ ਸਹੀ ਟੈਂਪਰੇਚਰ ਹੈਗਾ ਸੈਂਟੀਗ੍ਰੇਡ ਦੇ ਵਿੱਚ ਮੂੰਹ ਰਾਹੀਂ। ਕੀ ਕਹਿੰਦਾ ਆਪਾਂ ਨੂੰ ਕੋਈ ਬੁਖਾਰ ਨਹੀਂ। ਜੇਕਰ ਟੈਂਪਰੇਚਰ ਫਾਰਨਾਹੀਟ ਦੇ ਵਿੱਚ ਮਿਲਿਆ ਜਾ ਰਿਹਾ, ਫਿਰ ਆਪਣਾ 98 ਮੂੰਹ ਰਾਹੀਂ 98.6 ਆ ਗਿਆ, ਉਹ ਬਿਲਕੁਲ ਐਕੂਰੇਟ ਹੈ। ਕਹਿੰਦਾ ਮਤਲਬ ਕਿ ਆਪਣੇ ਬੋਡੀ ਟੈਂਪਰੇਚਰ ਬਿਲਕੁਲ ਸਹੀ ਹੈ। ਠੀਕ ਹੈ, ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਟੈਂਪਰੇਚਰ ਮਿਲਿਆ ਜਾਂਦਾ ਇਹ ਫਾਰਨਾਹੀਟ ਦੇ ਨਾਲ ਹੀ ਮਿਲਿਆ ਜਾਂਦਾ। ਐਫ ਦੀ ਫੁੱਲ ਫਾਰਮ ਹੁੰਦੀ ਹੈ ਫਾਰਨਾਹੀਟ, ਇਹਦੀ ਹੁੰਦੀ ਹੈ ਸੈਂਟੀਗ੍ਰੇਡ ਨਹੀਂ ਹੁੰਦੀ, ਸੈਂਸੀ ਵੀ ਕਹਿ ਦਿੰਦੇ ਇਹਨੂੰ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ
ਇਹ ਤਾਂ ਆ ਗਿਆ ਆਪਣੇ ਮੂੰਹ ਰਾਹੀਂ ਜੋ ਟੈਂਪਰੇਚਰ ਚੈੱਕ ਕੀਤਾ ਜਾਂਦਾ ਕਿ ਭਾਈ ਸੈਂਟੀਗ੍ਰੇਡ ਦੇ ਵਿੱਚ ਤਾਂ 37 ਸਹੀ ਹੈਗਾ ਅਤੇ ਫਾਰਨਹੀਟ ਦੇ ਵਿੱਚ ਇਹ ਸਹੀ ਹੈ। ਠੀਕ ਹੈ ਜੀ, ਠੀਕ ਹੈ ਜੀ। ਇਹਨੂੰ ਆਪਾਂ ਸੈਂਟੀਗ੍ਰੇਡ ਨਹੀਂ ਸੈਲਸੀਅਸ ਕਹਿ ਦਿੰਦੇ ਹੁੰਦੇ ਇਹਨੂੰ ਆਪਾਂ, ਠੀਕ ਹੈ ਨਾ, ਸੈਲਸੀਅਸ। ਇਸ ਤੋਂ ਬਾਅਦ ਰੈਕਟਲ ਐਂਡ ਟਾਈਮਪੈਨਿਕ। ਇਹ ਕਿਹੜਾ ਹੁੰਦਾ ਗਾ, ਇਹ ਕਿਹੜਾ ਟੈਂਪਰੇਚਰ ਮਾਪ ਕੀਤਾ ਜਾਂਦਾ, ਦੇਖੋ ਬੱਚੋ ਕਿਹੜਾ, ਰੈਕਟਲ ਐਂਡ ਟਾਈਮਪੈਨਿਕ। ਇਹਦੇ ਵਿੱਚ ਕੀ ਹੁੰਦਾ ਗਾ, ਇਹਦੇ ਵਿੱਚ ਜਿਹੜਾ ਬੱਚੇ ਦਾ ਟੈਂਪਰੇਚਰ ਲਿੱਤਾ ਜਾਂਦਾ ਗਾ ਉਹ ਲਿੱਤਾ ਜਾਂਦਾ ਗਾ ਆਪਣਾ ਪ੍ਰਾਈਵੇਟ ਪਾਰਟ ਤੋਂ। ਜਿਹੜਾ ਕੋਈ ਬੱਚਾ ਛੋਟਾ ਗਾ, ਠੀਕ ਹੈ, ਉਹਦੀ ਜਿਹੜੀ ਲੈਟਰਿਨ ਵਾਲੀ ਜਗ੍ਹਾ ਹੁੰਦੀ ਹੈ ਉਹਦੇ 'ਤੇ ਥਰਮਾਮੀਟਰ ਪਾਇਆ ਜਾਂਦਾ ਗਾ। ਉਹਦੇ 'ਤੇ ਥਰਮਾਮੀਟਰ ਪਾ ਕੇ ਅਤੇ ਜਿਹੜਾ ਉੱਥੇ ਟੈਂਪਰੇਚਰ ਹੁੰਦਾ ਬੱਚੇ, ਕਿਉਂਕਿ ਬੱਚੇ ਦਾ ਜਿਹੜਾ ਦੇਖੋ ਬੱਚੇ ਦੇ ਜੇ ਆਪਾਂ ਮੂੰਹ 'ਚ ਤਾਂ ਪੈਂਦਾ ਨਹੀਂ ਹੁੰਦਾ ਥਰਮਾਮੀਟਰ, ਛੋਟਾ ਬੱਚਾ ਹੁੰਦਾ ਉਹਦੇ ਤੁਸੀਂ ਇਹ ਗੱਲ ਨੋਟ ਕਰਿਓ ਕਿ ਬੱਚੇ ਦਾ ਟੈਂਪਰੇਚਰ ਸਹੀ ਨਹੀਂ ਹੁੰਦਾ, ਕਿਉਂਕਿ ਉਹਦੇ ਨਾੜਾਂ ਇੰਨੀਆਂ ਵਿਕਸਿਤ ਹੋਈਆਂ ਹੁੰਦੀਆਂ, ਨਹੀਂ ਉਹ ਜੀਭ ਥੱਲੇ ਜੇ ਆਪਾਂ ਉਹਦੇ ਰੱਖਦੇ ਹਾਂ ਛੋਟੇ ਬੱਚੇ ਦੇ, ਉਹਦੇ ਸੱਟ ਵੀ ਵੱਜ ਸਕਦੀ ਹੈ। ਠੀਕ ਹੈ, ਅਤੇ ਜੇ ਆਪਾਂ ਕੱਛਾਂ ਦੇ ਵਿੱਚ ਦੇਖ ਲਈਏ, ਕਿਉਂਕਿ ਉਹਦੀਆਂ ਨਾੜਾਂ ਇੰਨੀਆਂ ਐਕਟਿਵ ਨਹੀਂ ਹੋਈਆਂ ਹੁੰਦੀਆਂ, ਇੰਨੀਆਂ ਉਹਦੇ ਮਤਲਬ ਨਰਵ ਜਿਹੜਾ ਉਹਦਾ ਨਿਊਰੋ ਸਿਸਟਮ ਹੁੰਦਾ ਇੰਨਾ ਸਟਰੋਂਗ ਨਹੀਂ ਹੁੰਦਾ, ਤਾਂ ਕਰਕੇ ਉਹਦੇ ਮਤਲਬ ਜਿੱਥੋਂ ਬੱਚਾ ਲੈਟਰਿਨ ਕਰਦਾ ਉਹ ਜਗ੍ਹਾ 'ਤੇ ਉਹਦਾ ਥਰਮਾਮੀਟਰ ਪਾਇਆ ਜਾਂਦਾ ਹੈਗਾ। ਠੀਕ ਹੈ, ਡਾਕਟਰ ਦੁਆਰਾ, ਅਤੇ ਉੱਥੋਂ ਉਹਦਾ ਟੈਂਪਰੇਚਰ ਚੈੱਕ ਕੀਤਾ ਜਾਂਦਾ, ਕਿਉਂਕਿ ਬੱਚੇ ਦਾ ਟੈਂਪਰੇਚਰ ਉੱਥੋਂ ਹੀ ਬਿਲਕੁਲ ਐਕੂਰੇਟ ਆਊਗਾ। ਤਾਂ ਉਹਦੇ ਵਿੱਚ ਬੱਚੇ ਦਾ ਸਹੀ ਟੈਂਪਰੇਚਰ ਕਿੰਨਾ ਹੋਊਗਾ, 37.5 ਸੈਲਸੀਅਸ, ਅਤੇ ਫਾਰਨਹੀਟ ਦੇ ਵਿੱਚ 99.6। ਇਹ ਬੱਚੇ ਦਾ ਟੈਂਪਰੇਚਰ ਬਿਲਕੁਲ ਸਹੀ ਮੰਨਿਆ ਜਾਊਗਾ। ਇਸ ਤੋਂ ਬਾਅਦ ਅਗਲਾ ਆ ਗਿਆ ਜਿਹੜਾ ਆਪਣੇ ਆਮ ਤੌਰ 'ਤੇ ਛੋਟੇ ਹੁੰਦੇ ਤਾਂ ਆਪਣੇ ਵਰਤਦੇ ਆਉਂਦੇ, ਇਹਨੂੰ ਆਪਾਂ ਕਹਿੰਦੇ ਨੇ ਐਕਸਲੇਰੀ ਟੈਂਪਰੇਚਰ। ਇਹਦੇ ਵਿੱਚ ਜਿਹੜੇ ਆਪਣੇ ਕੱਛਾਂ ਦੇ ਵਿੱਚ ਨਹੀਂ ਹੋ ਪਾ ਦਿੰਦਾ ਉਹਦੇ ਡਾਕਟਰ ਥਰਮਾਮੀਟਰ ਜਾਂ, ਉਹਨੂੰ ਆਪਾਂ ਕਹਿੰਦੇ ਨੇ ਆਕਸਲੇਰੀ। ਠੀਕ ਹੈ, ਇਹਦੇ ਵਿੱਚ ਐਕੂਰੇਟ ਟੈਂਪਰੇਚਰ ਹੋਊਗਾ 36.4 ਸੈਲਸੀਅਸ ਦੇ ਵਿੱਚ, ਅਤੇ 97.6 ਹੋਊਗਾ ਫਾਰਨਹੀਟ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਇਹ ਤਿੰਨੇ ਟੈਂਪਰੇਚਰ ਯਾਦ ਰੱਖ ਲਿਓ ਭਾਈ, ਪੁੱਛ ਸਕਦੇ ਨੇ, ਇੰਨੀ ਡਿਟੇਲ ਦੇ ਵਿੱਚ ਕਰਵਾ ਰਹੇ ਹਾਂ ਤੁਹਾਨੂੰ, ਚੰਗੀ ਤਰ੍ਹਾਂ ਕਰ ਲਓ ਕਿ ਔਰਲ ਦੇ ਵਿੱਚ ਤਾਂ 37 ਡਿਗਰੀ, ਠੀਕ ਹੈ ਜੀ, ਅਤੇ ਔਰਲ ਦੇ ਮੂੰਹ ਰਾਹੀਂ ਤਾਂ 37 ਡਿਗਰੀ, ਅਤੇ ਫਾਰਨਹੀਟ ਦੇ ਵਿੱਚ 98.6 ਡਿਗਰੀ ਫਾਰਨਹੀਟ ਦੇ ਵਿੱਚ। ਠੀਕ ਹੈ, ਇਹ ਸਹੀ ਟੈਂਪਰੇਚਰ। ਜੇ ਉਹਨੇ ਪੁੱਛ ਲਿਆ ਕਿ ਰੈਕਟਲ ਜਾਂ ਟਾਈਮ ਪਿਕ ਦੇ ਵਿੱਚ ਟੈਂਪਰੇਚਰ ਸੈਲਸੀਅਸ ਦੇ ਵਿੱਚ ਕਿੰਨਾ ਸਹੀ ਹੁੰਦਾ ਅਤੇ ਫਾਰਨਹੀਟ ਦੇ ਵਿੱਚ ਕਿੰਨਾ ਸਹੀ ਹੁੰਦਾ, ਇਹ ਭਾਈ ਸਾਰੇ ਯਾਦ ਕਰਨੇ ਪੈਣਗੇ ਜੇ ਨੰਬਰ ਲੈਣੇ ਆ ਤੁਸੀਂ। ਠੀਕ ਹੈ, ਵੈਸੇ ਜੇ ਤੁਸੀਂ ਇਹਦਾ ਕੋਈ ਕੋਰਸ ਜੁਆਇਨ ਕਰੋਗੇ ਘੱਟੋ ਘੱਟ ਤੁਹਾਨੂੰ 8,000 ਰੁਪਇਆ ਫੀਸ ਪੇ ਕਰਨੀ ਪਊਗੀ, ਜਿਹੜਾ ਤੁਹਾਨੂੰ ਬਿਲਕੁਲ ਫ੍ਰੀ ਕਰਵਾ ਰਹੇ ਹਾਂ ਪੁੱਤਰੋ। ਠੀਕ ਹੈ, ਇਹ ਮੈਂ ਸਿਰਫ ਉਹਨਾਂ ਬੱਚਿਆਂ ਵਾਸਤੇ ਚਲਾ ਰਿਹਾ ਜਿਹੜੇ ਲੋੜਵੰਦ ਹੈਗੇ। ਓਕੇ, ਜਿਹੜੇ ਬੱਚਿਆਂ ਨੇ ਨੁਕਸ ਕੱਢਣੇ ਆ ਉਹ ਭਾਵੇਂ ਮੇਰੇ ਚੈਨਲ 'ਤੇ ਨਾ ਆਉਣ। ਇੱਕ ਹੋਰ ਸੀ, ਪਤਾ ਨਹੀਂ ਕਿਹੜਾ ਸੀ, ਤੁਹਾਨੂੰ ਦੱਸਦਾ, ਸੰਤੋਸ਼ ਸੀ, ਕੋਈ ਸੰਤੋਸ਼ ਸੀ ਉਹਦਾ ਨਾਂ। ਮੈਨੂੰ ਕਹਿੰਦਾ ਜੀ ਮੈਨੂੰ ਤੁਹਾਡੇ ਨਾਲ ਵੱਧ ਨੌਲੇਜ ਹੈਗੀ, ਜੇ ਮੇਰੇ ਨਾਲ ਕੋਈ ਵੱਧ ਨੌਲੇਜ ਹੈ ਫਿਰ ਮੈਨੂੰ ਕਿਉਂ ਦੱਸਣਾ ਹੈਗਾ, ਜੇ ਤੇ ਨੌਲੇਜ ਹੈ ਦੁਆਰਾ ਚੈਨਲ ਖੋਲ੍ਹ, ਜਵਾਕਾਂ ਨੂੰ ਪੜ੍ਹਾ, ਕਿਸੇ ਦਾ ਕੋਈ ਫਾਇਦਾ ਹੋ ਜਾਏ, ਆਪਾਂ ਤਾਂ ਇਹ ਗੱਲ ਕਹਿਣੇ ਹੈਗੇ। ਠੀਕ ਹੈ, ਉਹ ਪਤਾ ਨਹੀਂ ਗੱਲ ਕੀ ਕੀਤੀ ਸੀ ਸੱਚ, ਇਹਦੀ ਜੇਲ੍ਹ ਵਾਰਡਨ ਦੀ ਗੱਲ ਕੀਤੀ। ਜੇਲ੍ਹ ਵਾਰਡਨ ਦੀ ਭਰਤੀ ਦੇ ਵਿੱਚ ਭਾਈ ਤੁਹਾਨੂੰ ਪਤਾ ਹੈ ਇੱਕ ਨਾ ਸਪੈਸ਼ਲ ਸਿਕਿਉਰਿਟੀ ਪੁਲਿਸ ਦੀ ਭਰਤੀ ਹੋਈ ਸੀ, ਸਪੈਸ਼ਲ ਸਿਕਿਉਰਿਟੀ ਫੋਰਸ ਦੀ ਭਰਤੀ ਹੋਈ ਸੀ। ਉਹਦੇ ਵਿੱਚ ਕੀ ਹੋਇਆ ਸੀ ਨਾ, ਉਹਦੇ ਵਿੱਚ ਮੇਰੀ ਮਾਸੀ ਦਾ ਮੁੰਡਾ ਸੀ, ਉਹ ਗਿਆ ਸੀ ਟਰਾਇਲ ਦੇਣ। ਉਹਨਾਂ ਰੱਸੇ 'ਤੇ ਚੜ੍ਹ ਗਏ ਸੀ। ਰੱਸੇ 'ਤੇ ਉਹਨਾਂ ਨੇ ਇਹ ਕਿਹਾ ਸੀ ਮੁਲਾਜ਼ਮਾਂ ਨੇ ਕਿ ਭਾਈ ਤੁਸੀਂ ਰੱਸੇ 'ਤੇ ਜਦੋਂ ਚੜ੍ਹਦੇ ਨਾ ਪੈਰ ਨਹੀਂ ਲਾਉਣੇ। ਠੀਕ ਹੈ ਜੀ, ਪੈਰ ਨਹੀਂ ਲਾਉਣੇ ਰੱਸੇ 'ਤੇ, ਤੁਸੀਂ ਸਿੱਧੀ ਚੜ੍ਹਨਾ। ਤਾਂ ਉਦੋਂ ਚੜ੍ਹਿਆ ਨਹੀਂ ਗਿਆ ਸੀ। ਤਾਂ ਉਹੀ ਚੀਜ਼ ਮੈਂ ਤੁਹਾਨੂੰ ਐਡ ਕੀਤੀ ਸੀ ਵੀ ਰੱਸੇ 'ਤੇ ਪੈਰ ਨਹੀਂ ਲਾਉਣੇ। ਵਧੀਆ ਗੱਲ ਹੈ, ਤੁਸੀਂ ਪੈਰ ਲਾਏ ਤੋਂ ਬਿਨਾਂ ਪ੍ਰੈਕਟਿਸ ਕੀਤੀ ਹੈ ਤਾਂ ਤੁਹਾਡੀ ਮਤਲਬ ਪੈਰਾਂ ਨਾਲ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਹੋਊਗਾ ਚੜ੍ਹਨਾ। ਉਹ ਕਹਿੰਦਾ ਜੀ ਤੁਸੀਂ ਗਲਤ ਸਾਬਤ ਹੋ ਗਏ ਕਿ ਆਹ ਗੱਲ ਹੋ ਗਈ ਜੀ, ਤੁਸੀਂ ਪੈਰ ਲਾਉਣ ਨੂੰ ਨਹੀਂ ਕਿਹਾ ਸੀ, ਉੱਥੇ ਪੈਰ ਲਵਾ ਲਏ, ਤੁਸੀਂ ਗਲਤ ਸਾਬਤ ਹੋ ਗਏ। ਲੈ ਇਹ ਕੋਈ ਗੱਲਾਂ ਨਹੀਂ ਹੁੰਦੀਆਂ, ਜਵਾਕਾਂ ਤੋਂ ਵੀ ਟੱਪੇ ਪਏ ਵਿੱਚ ਯਾਰ। ਇੰਨਾ ਮਤਲਬ ਆਪਣਾ ਵਿੱਚ ਨਾ ਇੰਨੇ ਨੇ ਮੈਨੂੰ ਕਹਿੰਦੇ ਨਾ ਕਿ ਤੁਸੀਂ ਗਰਮ ਵਾਲੇ ਹੋ ਜਾਂਦੇ ਹੋ। ਪੁੱਤਰੋ ਮੈਂ ਗਰਮ ਨਹੀਂ ਹੁੰਦਾ। ਇੰਨੇ ਵਿੱਚ ਜਿਹੜੇ ਮੰਦਬੁੱਧੀ ਪਏ ਨਾ ਉਹ ਜਮਾ ਮਤਲਬ ਐਂ ਬੰਦੇ ਦਾ ਬਲੱਡ ਵਧਾ ਦਿੰਦੇ ਇੱਕ ਤਰ੍ਹਾਂ ਨਾਲ। ਜੇ ਤੁਸੀਂ ਕੋਈ ਸਵਾਲ ਕਰਨਾ ਮੈਨੂੰ ਕਿਉਂ ਕਰਦੇ ਹੋ ਸਵਾਲ? ਮੈਂ ਤਾਂ ਦੇਖੋ, ਮੇਰੇ ਤਾਂ ਇੱਕ ਤਰ੍ਹਾਂ ਨਾਲ ਮੇਰਾ ਸਮਾਜ ਭਲਾਈ ਕਰ ਰਿਹਾ ਕਿ ਕਿਸੇ ਬੱਚੇ ਦਾ ਕੋਈ ਫਾਇਦਾ ਹੋ ਜੇ, ਕੋਈ ਬੱਚਾ ਨੌਕਰੀ ਲੱਗ ਜੇ। ਮੈਂ ਤਾਂ ਤੁਹਾਨੂੰ ਸਹੀ ਰਾਹ ਪਾਉਣ ਵਾਸਤੇ ਪੜ੍ਹਾ ਰਿਹਾ ਨਾ, ਮੇਰਾ ਕੋਈ ਇਹ 'ਚ ਕੋਈ ਲਾਲਚ ਤਾਂ ਹੈ ਨਹੀਂ। ਆਹ ਵੀਡੀਓ 'ਤੇ ਵੱਧ ਤੋਂ ਵੱਧ 2,000-3,000 ਵਿਊ ਮਸਾਂ ਆਊਗਾ। ਠੀਕ ਹੈ, ਉਹ 2-3,000 ਵਿਊ ਨਾਲ ਮੈਂ ਕਰੋੜਾਪਤੀ ਬਣ ਜਾਊਗਾ। ਉਹਦਾ 100 ਰੁਪਈਆ ਵੀ ਨਹੀਂ ਬਣਦਾ, 100 ਰੁਪਈਆ ਵੀ ਕੀ, ਉਹਦੇ 40 ਰੁਪਈਏ ਵੀ ਨਹੀਂ ਬਣਨੇ 2-3,000 ਵਿਊ ਦੇ। 40 ਰੁਪਏ 30 ਰੁਪਈਏ ਵੀ ਨਹੀਂ ਬਣਨੇ ਉਹਦੇ। ਅਤੇ 30 ਰੁਪਏ ਨਾਲ ਮੈਂ 30 ਰੁਪਏ ਨਾਲ ਤਾਂ ਇੱਕ ਦਹੀਂ ਭੱਲੇ ਦੀ ਪਲੇਟ ਵੀ ਨਹੀਂ ਹੁੰਦੀ ਅੱਜ ਦੇ ਟਾਈਮ ਦੇ ਵਿੱਚ। ਠੀਕ ਹੈ, ਤਾਂ ਇਹ ਕੋਈ ਐਡੀਆਂ ਗੱਲਾਂ ਨਹੀਂ ਹੁੰਦੀਆਂ ਜਿੰਨਾ ਬੱਚੇ ਨੂੰ ਬਚਾਇਆ ਹੁੰਦਾ ਕਿ ਉਹ ਹਾਂ ਜਿਹੜੇ ਬੰਦੇ ਪੇਡ ਕੋਰਸ ਵੇਚਦੇ ਆ ਉਹਨਾਂ ਦਾ ਐਂ ਸਮਝ ਲਓ ਕਿ ਉਹਨਾਂ ਦਾ ਕਰੋੜਾਂ ਦਾ ਕੰਮ ਹੈਗਾ। ਠੀਕ ਹੈ, ਮੰਨ ਲਓ ਜੇ ਹੁਣ ਮੈਂ ਆਹ ਪੇਡ ਕੋਰਸ ਕਰਦਾ, ਠੀਕ ਹੈ, ਪੇਡ ਕੋਰਸ ਦੀ ਮੈਂ 500 ਰੁਪਏ ਫੀਸ ਵੀ ਰੱਖਦਾ, ਮੇਰੇ ਕੋਲ ਚਲੋ 2,000 ਬੱਚਿਆਂ ਦੇ ਵਿੱਚੋਂ ਜੇ 1,000 ਨੇ ਵੀ ਲੈ ਲਿਆ ਬਸ ਮੇਰੀ ਬੱਲੇ ਆ। ਠੀਕ ਹੈ, ਲੈ ਵੀ ਲਓਗੇ ਤੁਸੀਂ ਜੇ ਤੁਹਾਨੂੰ ਕੰਟੈਂਟ ਇੰਨਾ ਵਧੀਆ ਪ੍ਰੋਵਾਈਡ ਕਰਿਆ, ਤੁਹਾਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਵੇਚਣ ਦੀ ਗੱਲ ਤਾਂ। ਠੀਕ ਹੈ, ਪਰ ਜਵਾਨਾਂ ਦੇ ਵੀ ਸੌਦੇ ਹੁੰਦੇ ਵਿੱਚ। ਮੈਥੋਂ ਸਵਾਲ ਪੁੱਛੀ ਜਾਣਗੇ, ਉਹ ਨਹੀਂ ਕਹਿੰਦਾ ਜਿਹੜੇ ਬੱਚੇ ਉਹ ਸਵਾਲ ਪੁੱਛਦੇ, ਜਿਹੜੇ ਵਿੱਚ ਗਲਤ ਫਲਤ ਸਵਾਲ ਪੁੱਛਦੇ ਆ ਉਹ ਮੈਥੋਂ ਪੁੱਛੀ ਜਾਣਗੇ ਇੱਥੋਂ ਆਹ ਚੀਜ਼ਾਂ ਆਇਆ ਅੱਜ ਮੈਨੂੰ ਸਾਨੂੰ ਵੱਧ ਨੌਲੇਜ ਹੈ, ਤੁਸੀਂ ਝੂਠੇ ਸਾਬਤ ਹੋ ਗਏ। ਇਹ ਕਿਹੜੀਆਂ ਗੱਲਾਂ ਹੁੰਦੀਆਂ? ਜੇ ਤੁਸੀਂ ਸਵਾਲ ਕਰਨਾ ਨਾ ਭਾਈ ਦੇਖੋ, ਜ਼ਿਆਦਾ ਕਰੋ ਬਾਦਲ ਸਾਹਿਬ ਨੂੰ,
ਜਿਹਨੇ 15-20 ਸਾਲ ਪੰਜਾਬ 'ਤੇ ਰਾਜ ਕੀਤਾ ਹੈ, ਜਾਂ ਕਰੋ ਤੁਸੀਂ ਗੱਲ ਕੈਪਟਨ ਸਾਹਿਬ ਨਾਲ ਜਿਹਨੇ ਘਰ ਘਰ ਨੌਕਰੀ ਦੀ ਗੱਲ ਕਹੀ ਸੀ, ਉਹਨਾਂ ਨਾਲ ਗੱਲ ਕਰੋ। ਉਹਨਾਂ ਨੂੰ ਕਹੋਗੇ ਵੀ ਤੁਸੀਂ ਆਹ ਗੱਲ ਕਹੀ ਸੀ, ਆਪਦੀ ਗੱਲ 'ਤੇ ਉਤਰੇ ਨਹੀਂ। ਮੇਰੇ ਨਾਲ ਬੈਸਣ ਦਾ ਕੋਈ ਚੱਕਰ ਹੀ ਨਹੀਂ ਤੁਹਾਡਾ। ਸਾਰੇ ਬੱਚਿਆਂ ਦੀ ਗੱਲ ਨਹੀਂ ਕਰਦਾ, ਵਿੱਚ ਇੱਕ ਦੋ ਹੈਗੇ ਮਲੰਗ ਜੀ, ਠੀਕ ਹੈ। ਮੇਰੇ ਨਾਲ ਤਾਂ ਤੁਹਾਡਾ ਬੈਸਣ ਦਾ ਕੋਈ ਕੰਮ ਹੀ ਨਹੀਂ ਹੈਗਾ। ਤਾਂ ਕਰਕੇ ਮਤਲਬ ਇਹ ਚੀਜ਼ਾਂ ਤੁਸੀਂ ਸਮਝ ਲਿਆ ਕਰੋ ਮਾੜੀਆਂ ਮੋਟੀਆਂ। ਜਿਹੜੇ ਬੱਚੇ ਨੂੰ ਰਿਸਪੈਕਟ ਕਰਦੇ ਫੁੱਲ ਕਰਦੇ ਆ, ਜਿਹੜੇ ਵਿੱਚ ਇੱਕ ਦੋ ਹੈਗੇ ਆ ਉਹ ਪਤਾ ਨਹੀਂ ਕਿੱਥੋਂ ਆਉਂਦੇ ਆ। ਅਤੇ ਬਾਕੀ ਉਹੀ ਗੱਲ, ਚੈਨਲ 'ਤੇ ਵੀ ਆਉਂਦੇ ਆ, ਕਮੈਂਟ ਵੀ ਕਰਕੇ ਜਾਂਦੇ ਆ ਵਿਚਾਰੇ ਆ ਕੇ, ਡਿਸਲਾਈਕ ਵੀ ਕਰਕੇ ਜਾਂਦੇ ਆ ਕੇ, ਸਾਰੇ ਕੰਮ ਕਰਕੇ ਜਾਂਦੇ ਆ, ਠੀਕ ਹੈ। ਇਹ ਗੱਲਾਂ ਹੁੰਦੀਆਂ ਹੈਗੀਆਂ ਕਿ ਭਾਈ ਤੁਸੀਂ ਇਹ ਜਿਹੜੇ ਪ੍ਰੈਸ਼ਰ ਕਰਨੇ ਹੁੰਦੇ ਸੀ ਤੁਸੀਂ ਮੋਦੀ ਸਾਹਿਬ ਨੂੰ ਕਰੋ, ਠੀਕ ਹੈ, ਜਾਂ ਤੁਸੀਂ ਕਰੋ ਕੈਪਟਨ ਸਾਹਿਬ ਨੂੰ ਜਾਂ ਬਾਦਲ ਸਾਹਿਬ ਨੂੰ ਕਰੋ, ਜਿਨ੍ਹਾਂ ਨੇ ਰਾਜ ਕੀਤਾ ਪੰਜਾਬ 'ਤੇ। ਮੈਂ ਤਾਂ ਕੁਛ ਕੀਤਾ ਹੀ ਨਹੀਂ ਹੈਗਾ। ਮੈਂ ਤਾਂ ਇੱਕ ਫਾਇਦਾ ਕਰ ਰਿਹਾ ਤੁਹਾਡਾ। ਜੇ ਕਿਸੇ ਨੇ ਲੈਣਾ ਤਾਂ ਭਾਈ ਲੈ ਲਓ ਫਾਇਦਾ, ਜੇ ਨਹੀਂ ਲੈਣਾ ਤਾਂ ਕੋਈ ਚੱਕਰ ਨਹੀਂ। ਤਾਂ ਕਰਕੇ ਉਹਨੇ ਗੱਲਾਂ ਵਿੱਚੋਂ ਕਰਨੀਆਂ ਜ਼ਰੂਰੀ ਹੁੰਦੀਆਂ ਬੱਚਿਓ। ਕਹਿੰਦਾ ਪੜ੍ਹਾਈ ਵੀ ਨਹੀਂ ਚੱਲਦੀ ਹੁੰਦੀ ਸਾਧਨ ਆਪਣੇ ਚ ਆਪਸ ਦੇ ਵਿੱਚ। ਦੇਖੋ ਹੁਣ ਆਪਾਂ ਇੱਕ ਫੈਮਿਲੀ ਵਾਂਗੂ ਰਹਿੰਦੇ ਹਾਂ, ਠੀਕ ਹੈ। ਮੈਂ ਤੁਹਾਨੂੰ ਬਿਨਾਂ ਲਾਲਚ ਤੋਂ ਪੜ੍ਹਾਉਣਾ, ਤੁਸੀਂ ਬਿਨਾਂ ਲਾਲਚ ਤੋਂ ਪੜ੍ਹੀ ਜਾਂਦੇ ਹੋ, ਤੁਹਾਡਾ ਫਾਇਦਾ ਹੋ ਰਿਹਾ ਹੈਗਾ। ਹੁਣ ਅੱਗੇ ਇੱਕ ਹੋਰ ਬੱਚੀ ਨੇ ਅੱਜ ਮੈਸੇਜ ਕੀਤਾ, ਉਹਦੇ 62 ਨੰਬਰ ਆਇਆ ਬੱਚੀ ਦੇ, SC ਕੈਟਾਗਰੀ ਦੀ ਸੀ ਬੱਚੀ ਉਹ। ਅਤੇ ਉਹ ਬੱਚੀ ਕੋਲ ਵਿਚਾਰੀ ਕੋਲ ਪੈਸੇ ਨਹੀਂ ਹੈਗੇ ਸੀ ਫੀਸ ਦੇਣ ਨੂੰ। ਅੱਜ ਉਹਨੇ ਸਪੈਸ਼ਲ ਸਵੇਰੇ ਫੋਨ ਕੀਤਾ, ਕਹਿੰਦੀ ਸਰ ਮੇਰੇ ਕਹਿੰਦੇ ਹੁਣ ਟ੍ਰੇਲਾਂ ਦੀ ਵੀ ਮੇਰੀ ਪੂਰੀ ਵਧੀਆ ਤਿਆਰੀ ਹੋਣ ਲੱਗ ਗਈ, ਮੇਰੀ ਵਧੀਆ ਲੌਂਗ ਜੰਪ ਅਤੇ ਹਾਈ ਜੰਪ ਹੋ ਗਈ। ਕਹਿੰਦੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਤਿਆਰੀ ਕਰੂੰਗੀ। ਅਤੇ ਉਹਦੀ ਮੰਮੀ ਨਾ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀ ਹੈ ਕੁੜੀ ਦੀ, ਅਤੇ ਡੈਡੀ ਦੀ ਉਹਦੀ ਕੁੜੀ ਦੀ ਡੈਥ ਹੋਈ ਹੈ, ਠੀਕ ਹੈ। ਅਤੇ 2 ਭੈਣਾਂ ਹੀ ਆ, ਭਰਾ ਹੈ ਨਹੀਂ ਉਹਨਾਂ ਦੇ, ਠੀਕ ਹੈ। ਤਾਂ ਤੁਸੀਂ ਇਹ ਦੇਖੋ ਕਿ ਆਪਾਂ ਤਾਂ ਇਹ ਕੰਮਾਂ ਵਾਸਤੇ ਚੈਨਲ ਖੋਲ੍ਹਿਆ ਹੋਇਆ। ਜਦੋਂ ਉਹ ਬੱਚੀ ਹੁਣ ਸਿਲੈਕਟ ਹੋ ਜੂਗੀ, 62 ਨੰਬਰ ਆ ਗਏ ਉਹਦੇ SC ਕੈਟਾਗਰੀ ਵਿੱਚ, ਉਹ ਸਿਲੈਕਟ ਹੈਗੀ। ਮੇਰੇ ਵਾਸਤੇ ਦੇਖੋ, ਮੇਰੇ ਵਾਸਤੇ ਕੋਈ ਬੱਚਾ SC ਨਹੀਂ, ਕੋਈ ਬੱਚਾ BC ਨਹੀਂ, ਕੋਈ ਜਰਨਲ ਨਹੀਂ। ਮੇਰੇ ਵਾਸਤੇ ਜਿਹੜੇ ਸਾਰੇ ਮੇਰੇ ਤਾਂ ਸਟੂਡੈਂਟ ਹੈ, ਠੀਕ ਹੈ। ਮੈਨੂੰ ਜਾਤਾਂ ਪਾਤਾਂ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਮੈਂ ਕਿੰਨੀਆਂ ਵੀਡੀਓ 'ਚ ਦੱਸ ਦਿੰਦਾ ਹੁੰਦਾ, ਮੈਨੂੰ ਕੋਈ ਫਰਕ ਨਹੀਂ ਹੈਗਾ ਜਾਤਾਂ ਪਾਤਾਂ ਨਾਲ। ਇਹ ਤਾਂ ਲੋਕਾਂ ਦੀਆਂ ਬਣਾਈਆਂ ਹੋਈਆਂ ਤਾਂ ਚੱਲਦੀਆਂ ਰਹਿਣਗੀਆਂ। ਮੈਨੂੰ ਤਾਂ SC ਬੱਚੇ ਵੀ ਉਨੇ ਪਿਆਰੇ ਆ, ਜਰਨਲ ਵਾਲੇ ਵੀ, BC ਵਾਲੇ ਵੀ, ਮੈਨੂੰ ਤਾਂ ਸਾਰੇ ਇੱਕੋ ਜਿਹੇ ਆ, ਠੀਕ ਹੈ। ਤਾਂ ਜਦੋਂ ਕਿਸੇ ਦਾ ਫਾਇਦਾ ਹੁੰਦਾ ਉਦੋਂ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ। ਇਸ ਤੋਂ ਬਾਅਦ ਚੱਲਦੇ ਆ ਪੁੱਤਰੋ ਆਪਾਂ ਅਗਲੇ 'ਤੇ। ਸਾਡੀ ਬੋਡੀ ਦਾ ਤਾਪਮਾਨ ਹਰ ਸਮੇਂ ਅਲੱਗ ਹੁੰਦਾ ਹੈ ਬੱਚੋ, ਠੀਕ ਹੈ। ਆਪਣੀ ਬੋਡੀ ਦਾ ਟੈਂਪਰੇਚਰ ਜਿਹੜਾ ਹਰ ਸਮੇਂ ਅਲੱਗ ਹੋਊਗਾ। ਇਹ ਤਾਪਮਾਨ ਦਿਨ ਵਿੱਚ ਕਈ ਵਾਰ ਬਦਲਦਾ ਹੈ, ਕਿਉਂਕਿ ਕਿਸੇ ਟਾਈਮ ਆਪਾਂ ਠੰਡੇ ਮਾਹੌਲ 'ਚ ਹੁੰਦੇ ਹਾਂ। ਦੇਖੋ ਕਿਤੇ ਆਪਾਂ AC ਛੱਡੀ ਬੈਠੇ ਹੁੰਦੇ ਹਾਂ, ਉਦੋਂ ਆਪਣੀ ਬੋਡੀ ਟੈਂਪਰੇਚਰ ਘੱਟ ਹੋਊਗਾ। ਕਈ ਵਾਰੀ ਆਪਾਂ ਗਰਮੀ ਦੇ ਵਿੱਚ ਫਿਰਦੇ ਹੁੰਦੇ ਹਾਂ, ਠੀਕ ਹੈ। ਤਾਂ ਬਾਹਰ ਕਈ ਵਾਰੀ ਆਪਾਂ ਗੇੜੀ ਛੇੜੀ 'ਤੇ ਹੁੰਦੇ ਹਾਂ, ਤੁਹਾਨੂੰ ਜ਼ਿਆਦਾ ਪਤਾ ਹੈਗਾ, ਗੇੜੀ ਛੇੜੀ 'ਤੇ ਹੁੰਦੇ ਆਪਾਂ। ਤਾਂ ਉਹ ਟਾਈਮ ਦੇ ਵਿੱਚ ਬੋਡੀ ਦਾ ਟੈਂਪਰੇਚਰ ਜ਼ਿਆਦਾ ਹੁੰਦਾ ਹੈਗਾ। ਜਦੋਂ ਆਪਾਂ ਕਸਰਤ ਕਰਕੇ ਹਟਦੇ ਹਾਂ ਉਦੋਂ ਆਪਣਾ ਵੱਖ ਹੁੰਦਾ ਹੈਗਾ, ਠੀਕ ਹੈ। ਉਵੇਂ ਜਿਵੇਂ ਅਲੱਗ-ਅਲੱਗ ਸਥਿਤੀਆਂ ਦੇ ਵਿੱਚ ਆਪਣਾ ਟੈਂਪਰੇਚਰ ਅਲੱਗ-ਅਲੱਗ ਹੁੰਦਾ। ਕਈ ਵਾਰੀ ਪੁੱਛ ਸਕਦੇ ਕਿ ਆਪਣਾ ਕਈ ਵਾਰੀ ਆਪਾਂ ਗਰਮੀ 'ਚ ਹੁੰਦੇ ਹਾਂ, ਠੰਡ 'ਚ ਹੁੰਦੇ ਹਾਂ, ਕਿ ਕਸਰਤ ਕਰ ਰਹੇ ਸੀ ਉਸ ਸਮੇਂ ਆਪਣੇ ਸਰੀਰ ਦਾ ਜਿਹੜਾ ਨੋਰਮਲ ਟੈਂਪਰੇਚਰ ਉਹ ਸੇਮ ਹੁੰਦਾ ਗਾ, ਪ੍ਰੈਸ਼ਰ ਆ ਸਕਦਾ। ਤਾਂ ਤੁਸੀਂ ਕਹਿੰਦੇ ਕਿ ਸੇਮ ਨਹੀਂ ਹੁੰਦਾ। ਅਲੱਗ-ਅਲੱਗ ਸਥਿਤੀ ਦੇ ਵਿੱਚ, ਅਲੱਗ-ਅਲੱਗ ਟੈਂਪਰੇਚਰ ਦੇ ਵਿੱਚ, ਅਲੱਗ-ਅਲੱਗ ਵਾਤਾਵਰਨ ਦੇ ਵਿੱਚ ਆਪਣਾ ਜਿਹੜਾ ਸਰੀਰ ਦਾ ਟੈਂਪਰੇਚਰ ਹੈ ਉਹ ਅਲੱਗ-ਅਲੱਗ ਹੋਊਗਾ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਬੱਚੇ ਦਾ ਟੈਂਪਰੇਚਰ ਹੁੰਦਾ ਉਹ ਅਲੱਗ ਹੁੰਦਾ। ਜਿਵੇਂ ਤੁਹਾਨੂੰ ਕਰਵਾ ਕੇ ਗਿਆ ਕਿ ਰੈਕਟਲ ਦੁਬਾਰਾ ਬੱਚੇ ਟੈਂਪਰੇਚਰ ਕੀਤੇ ਨੇ। ਜਵਾਨ ਬੰਦੇ ਦਾ ਟੈਂਪਰੇਚਰ ਦਾ ਫਰਕ ਹੋਊਗਾ ਸਰੀਰ ਦਾ, ਅਤੇ ਬੁੱਢੇ ਬੰਦੇ ਦੇ ਟੈਂਪਰੇਚਰ ਦਾ ਅਲੱਗ ਹੋਊਗਾ, ਠੀਕ ਹੈ। ਇਹਦੇ ਵਿੱਚ ਥੋੜ੍ਹਾ ਮੋਟਾ ਫਰਕ ਜ਼ਰੂਰ ਹੋਊਗਾ। ਇਸ ਤੋਂ ਬਾਅਦ ਜਿਹੜਾ ਤੁਹਾਨੂੰ ਪਹਿਲਾਂ ਕਰਵਾ ਕੇ ਗਿਆ ਸੀ ਕਿ ਮੂੰਹ ਰਾਹੀਂ, ਰੈਕਟਲ ਰਾਹੀਂ ਅਤੇ ਆਕਸੀਲਰੀ ਰਾਹੀਂ, ਉਹਦੇ ਰਾਹੀਂ ਆਪਣੇ ਸਰੀਰ ਦੇ ਜਿਹੜੇ ਟੈਂਪਰੇਚਰ ਸੀ ਉਹ ਅਲੱਗ-ਅਲੱਗ ਸੀ, ਥੋੜ੍ਹਾ ਮੋਟਾ ਫਰਕ ਸੀ। ਪਰ ਕਹਿੰਦੇ ਸਾਡੀ ਬੋਡੀ ਦਾ ਜਿਹੜਾ ਸਹੀ ਟੈਂਪਰੇਚਰ ਦੀ ਰੇਂਜ ਹੈ, ਜਿਹੜਾ ਸਹੀ ਟੈਂਪਰੇਚਰ ਆਪਣੀ ਬੋਡੀ ਦਾ, ਉਹਦੀ ਰੇਂਜ ਕੀ ਹੈ। ਜੇ ਮੰਨ ਲਓ ਆਪਾਂ ਘਰੇ ਟੈਂਪਰੇਚਰ ਚੈੱਕ ਕਰਦੇ ਹਾਂ ਸੈਲਸੀਅਸ ਦੇ ਵਿੱਚ, ਤਾਂ ਆਪਣੀ ਕੀ ਹੋਊਗੀ ਬੋਡੀ ਟੈਂਪਰੇਚਰ, ਤਾਂ ਬੋਡੀ ਟੈਂਪਰੇਚਰ ਆਪਣਾ ਕਿੰਨਾ ਹੋਊਗਾ, ਠੀਕ ਹੈ। ਤਾਂ ਜਿਹੜੀ ਨੋਰਮਲ ਰੇਂਜ ਹੋਊਗੀ, ਜੇ ਨੋਰਮਲ ਰੇਂਜ ਪੁੱਛ ਲੈਣਾ ਆਪਣੀ, ਠੀਕ ਹੈ, ਉਹ ਹੋਊਗੀ 36.1 ਤੋਂ ਲੈ ਕੇ 37.2, ਠੀਕ ਹੈ। ਬੁਖਾਰ ਚੈੱਕ ਕਰਨਾ ਹੈਗਾ, ਬੁਖਾਰ ਦੇ ਵਿੱਚ ਆਪਾਂ ਦੇਖ ਲਿਆ ਕਿ ਆਪਣੀ 36.1 ਅਤੇ 36.2 ਆਊਗੀ, ਠੀਕ ਹੈ। ਇਹ ਗੱਲ ਯਾਦ ਰੱਖਿਆ, ਸਾਡੀ ਬੋਡੀ ਦਾ ਸਹੀ ਟੈਂਪਰੇਚਰ ਕਿੰਨਾ ਹੋਊਗਾ, ਇੰਨਾ ਹੋਊਗਾ, ਓਕੇ ਜੀ। ਇਸ ਤੋਂ ਬਾਅਦ ਜੇ ਫਾਰਨਾਹੀਟ ਦੇ ਵਿੱਚ ਦੇਖਦੇ ਹਾਂ ਤਾਂ 97 ਤੋਂ 99 ਦੇ ਵਿੱਚ ਜੇ ਆਪਣੀ ਬੋਡੀ ਦਾ ਟੈਂਪਰੇਚਰ ਆ ਰਿਹਾ ਫਾਰਨਾਹੀਟ ਦੇ ਵਿੱਚ, ਉਹ ਵੀ ਬਿਲਕੁਲ ਸਹੀ ਟੈਂਪਰੇਚਰ ਹੈ, ਠੀਕ ਹੈ। ਇਸ ਤੋਂ ਬਾਅਦ ਫੀਵਰ ਨੂੰ ਆਪਾਂ ਕਹਿੰਦੇ ਨੇ ਬੁਖਾਰ। ਇੱਕ ਪੁਰਾਣੇ ਟਾਈਮਾਂ 'ਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ, ਜਦੋਂ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾਲ ਦੇ, ਉਹ ਜੇ ਕੱਲ੍ਹ ਨੂੰ ਸਕੂਲ ਨਹੀਂ ਆਉਣਾ ਨਾ, ਕੱਛ 'ਚ ਗੰਢਾ ਲੈ ਕੇ ਪੈ ਜੀ ਅਤੇ ਤੈਨੂੰ ਬੁਖਾਰ ਚੜ੍ਹ ਜਾਊਗਾ, ਫਿਰ ਤੂੰ ਅਗਲੇ ਦਿਨ ਸਕੂਲ ਨਾ ਆਈ। ਇਹ ਗੱਲਾਂ ਚੱਲਦੀਆਂ ਹੁੰਦੀਆਂ ਸੀ ਨਾ ਆਪਣੇ 'ਚ। ਦੇਖੋ ਫਾਈਵਰ ਕਈ ਵਾਰੀ ਪੁੱਛ ਲੈਂਦੇ ਕਿ ਜਿਹੜਾ ਬੁਖਾਰ ਹੁੰਦਾ ਉਹਦਾ ਦੂਸਰਾ ਨਾਮ ਕੀ ਹੈ। ਉਹਦਾ ਦੂਸਰਾ ਨਾਮ ਹੈਗਾ ਭਾਈ ਪਾਇਰੈਕਸੀਆ। ਬੁਖਾਰ ਦਾ ਦੂਸਰਾ ਨਾਮ ਕੀ ਆ, ਫੀਵਰ ਦਾ ਦੂਸਰਾ ਨਾਮ ਕੀ ਹੈ, ਪਾਇਰੈਕਸੀਆ। ਇਸ ਨੂੰ ਆਪਾਂ ਹਾਈਪਰਥਰਮੀਆ ਵੀ ਕਹਿ ਦਿੰਦੇ ਹਾਂ। ਦੇਖੋ ਬੁਖਾਰ ਦੇ 3 ਨਾਮ ਆਗੇ, ਯਾਦ ਰੱਖਣੇ ਆ, ਹਾਈਪਰਥਰਮੀਆ, ਪਾਇਰੈਕਸੀਆ ਅਤੇ ਫੀਵਰ, ਠੀਕ ਹੈ। ਹਾਈਪਰਥਰਮੀਆ ਕਿਦੋਂ ਕਿਹਾ ਜਾਊਗਾ ਬੁਖਾਰ ਨੂੰ, ਉਹ ਗੱਲ ਯਾਦ ਰੱਖਣੀ ਹੈ। ਹਾਈਪਰਥਰਮੀਆ, ਫੀਵਰ ਦਾ ਨਾਂ ਤਾਂ ਹੈਗਾ, ਪਾਇਰੈਕਸੀਆ ਦਾ ਫੀਵਰ ਦਾ ਨਾਮ ਹੀ ਹੈਗਾ। ਪਰ ਫੀਵਰ ਵੀ 2 ਤਰ੍ਹਾਂ ਦਾ ਹੁੰਦਾ, ਇੱਕ ਕਿਹੜਾ ਹੁੰਦਾ ਹਾਈਪਰਥਰਮੀਆ ਹੁੰਦਾ, ਇੱਕ ਹਾਈਪੋਥਰਮੀਆ ਹੁੰਦਾ। ਇਹ 2 ਤਰ੍ਹਾਂ ਦੇ ਬੁਖਾਰ ਹੁੰਦੇ ਆ ਆਪਣੇ,
ठीक है। एक गल याद रखनी, फीवर का दूसरा नाम की है पायरेक्सीआ। तो पायरेक्सीआ या फीवर किन्नी तरह के होंगे, 2 तरह के होंगे, हाइपरथर्मिया तो हाइपोथर्मिया। ये गल याद रखनी है। जोड़ा तो होंगे हाइपरथर्मिया भाई, इसका मतलब है कि जी साडी बॉडी का तापमान है वह बढ़ गया। ठीक है, मतलब कहना मतलब कि अपनी बॉडी का तापमान 99 तो जो नॉर्मल टैंपरेचर तुहानूं दस्सिया सी रेंज होंदी है, तो ਜਾਂ 37.2 ਸੈਂਟੀਗ੍ਰੇਡ तो अपना टैंपरेचर शरीर का बढ़ गया, तो ਆਪਾਂ ਨੂੰ ਕਿਹੜਾ ਬੁਖਾਰ ਹੋਇਆਗਾ, ਆਪਾਂ ਨੂੰ ਬੁਖਾਰ ਹੋਇਆ ਭਾਈ ਹਾਈਪੋਥਰਮੀਆ। ठीक है, ये गल याद रखनी है। इस तो बाद जेकर अपने शरीर का तापमान घट गया, देखो बुखार का तापमान बढ़ जे शरीर वास्ते हानिकारक तो वह भी हैगा, पर जे घट जे वो इदों भी ज़्यादा हानिकारक है, उस बंदे की जान भी जा सकती है। ठीक है, ਜਿਹੜਾ ਹਾਈਪੋਥਰਮੀਆ ਹੁੰਦਾ ਗਾ ਇਹਦੇ ਵਿੱਚ ਆਪਣੇ ਸਰੀਰ ਦਾ ਤਾਪਮਾਨ ਘਟ ਜਾਂਦਾ ਗਾ। ਠੀਕ ਹੈ, ਇਹਦੇ ਵਿੱਚ 95 ਫਾਰਨਹੀਟ ਤੋਂ ਟੈਂਪਰੇਚਰ ਕਿੰਨਾ ਆ ਜਾਂਦਾ, 37 ਸੈਂਟੀਗ੍ਰੇਡ ਦੇ ਥੱਲੇ ਆ ਜਾਂਦਾ ਗਾ। ਠੀਕ ਹੈ, ਇਹਨੂੰ ਕੀ ਕਹਿੰਦੇ ਆਪਾਂ, ਹਾਈਪੋਥਰਮੀਆ ਕਿਹਾ ਜਾਂਦਾ ਗਾ। ਠੀਕ ਹੈ, ਜਦੋਂ ਸਰੀਰ ਦਾ ਫਾਈਵਰ, ਇੱਕ ਦੁਬਾਰਾ ਫੇਰ ਦੇਖ ਲਓ, ਫੀਵਰ ਦਾ ਮਤਲਬ ਹੁੰਦਾ ਬੁਖਾਰ। ਬੁਖਾਰ ਨੂੰ ਆਪਾਂ ਕੀ ਕਹਿੰਦੇ ਆ, ਪਾਇਰੈਕਸੀਆ। ਪਾਇਰੈਕਸੀਆ 2 ਤਰ੍ਹਾਂ ਦਾ ਹੁੰਦਾ, ਹਾਈਪਰਥਰਮੀਆ ਤੇ ਹਾਈਪੋਥਰਮੀਆ। जेकर शरीर का टैंपरेचर बढ़ जे तो हाइपर, जो शरीर का टैंपरेचर का आम तो घट जे तो हाइपो। ये दोवें बुखार दी किस्म हैगियां, ये गल भी याद रखनी है। ये 95 तो 35 तो घट जाता, थले आ जाता जमा। देखो आ गया भाई अपना थर्मामीटर। ठीक है, आ थर्मामीटर यूज़ करते हैं अज टाइम के इलैक्ट्रिक, तो ये अपने ये टैंपरेचर दसदा गा। ठीक है, ये दोवें पल्सिस रेट की गल करते हैं, पल्सिस रेट ਜਿਹਨੂੰ ਆਪਾਂ ਹਾਰਟ ਰੇਟ ਵੀ ਕਹਿੰਦੇ ਹਾਂ। ਸਾਡੇ ਮਨੁੱਖ ਦੇ ਦਿਲ ਦੇ ਵਿੱਚ 4 ਖਾਨੇ ਹੁੰਦੇ ਆ। ਠੀਕ ਹੈ, ਆਪਣੇ ਮਨੁੱਖ ਦੇ ਪੁੱਛਿਆ ਜਾ ਸਕਦਾ ਪ੍ਰਸ਼ਨ ਕਿ ਮਨੁੱਖ ਦੇ ਦਿਲ ਦੇ ਕਿੰਨੇ ਖਾਨੇ ਹੁੰਦੇ ਆ, 4 ਖਾਨੇ ਹੁੰਦੇ। ਇਹਦੇ ਵਿੱਚ 2 ਐਂਟਰੀਕਲ ਹੁੰਦੇ ਆ ਅਤੇ 2 ਵੈਂਟਰੀਕਲ ਹੁੰਦੇ ਆ। ਗੱਲ ਯਾਦ ਰੱਖਣੀ, ਐਂ ਆਪਣਾ ਦਿਲ ਹੈਗਾ। ਠੀਕ ਹੈ, ਚਾਹੇ 2 ਖਾਨੇ ਹੁੰਦੇ ਆ ਇਸ ਤਰ੍ਹਾਂ, ਇੱਕ ਖਾਨਾ ਆਹ ਹੋ ਗਿਆ, ਇੱਕ ਆਹ, ਇੱਕ ਆਹ, ਇੱਕ ਆਹ, ਇਹ 2 ਖਾਨੇ ਹੁੰਦੇ ਆਪਣੇ ਸਰੀਰ ਦੇ। ਠੀਕ ਹੈ, 2 ਐਂਟਰੀਕਲ ਹੁੰਦੇ ਆ, 2 ਵੈਂਟਰੀਕਲ ਹੁੰਦੇ। ਇਹ ਗੱਲ ਯਾਦ ਰੱਖਣੀ। ਇਸ ਨੂੰ ਦਿਲ ਵਾਲੇ ਚੈਪਟਰ ਦੇ ਵਿੱਚ ਚੰਗੀ ਤਰ੍ਹਾਂ ਕਰਵਾ ਦੂੰਗਾ। ਇਸ ਵਿੱਚ ਖੂਨ ਦਾ ਪੰਪ ਜਿਹੜਾ ਹੁੰਦਾ ਉਹ ਖੱਬਾ ਵੈਂਟਰੀਕਲ ਕਰਦਾ ਗਾ। ਠੀਕ ਹੈ, ਖੱਬਾ ਵੈਂਟਰੀਕਲ ਕਿਵੇਂ ਹੋ ਗਿਆ, ਆਪਣਾ ਦਿਲ ਹੋ ਗਿਆ। ਠੀਕ ਹੈ, ਆਹ ਹੋ ਗਏ 4 ਹਿੱਸੇ। ਪਹਿਲਾਂ ਬਲੱਡ ਇੱਥੇ ਜਾਊਗਾ, ਫਿਰ ਇੱਥੇ, ਫਿਰ ਇਸ ਲੋਟ, ਇਹ ਐਂ ਜਾਂਦਾ ਗਾ। ਠੀਕ ਹੈ, ਇਸ ਤੋਂ ਬਾਅਦ ਜਿਹੜਾ ਆਹ ਆਪਣਾ ਖੱਬਾ ਵੈਂਟਰੀਕਲ ਆ, ਇਹ ਆਪਣੇ ਖੂਨ ਨੂੰ ਪੰਪ ਕਰਕੇ ਸਾਰੇ ਸਰੀਰ 'ਚ ਭੇਜੂਗਾ, ਇੱਥੋਂ ਨੜ ਜਾਂਦੀ ਹੋਊਗੀ। ਖੱਬਾ ਵੈਂਟਰੀਕਲ ਜਿਹੜਾ ਆਹ ਹਿੱਸਾ ਦੇਖੋ, ਦੁਬਾਰਾ ਫਿਰ ਦੇਖ ਲਓ, ਆਹ ਆਪਣਾ ਦਿਲ ਹੈਗਾ। ਠੀਕ ਹੈ, ਆਹ 4 ਖਾਨੇ ਹੈ। ਆ ਜਿਹੜਾ ਚੌਥਾ ਖਾਨਾ ਲੈਫਟ ਹੈ, ਜਿਹੜਾ ਲੈਫਟ ਵੈਂਟਰੀਕਲ ਹੈ, ਇਹ ਆਪਣੇ ਸਰੀਰ ਦੇ ਵਿੱਚ ਖੂਨ ਨੂੰ ਪੰਪ ਕਰਦਾ। ਇਹ ਗੱਲ ਯਾਦ ਰੱਖਣੀ ਹੈ। ਦੂਸਰੀ ਗੱਲ, ਜਿਹੜੇ ਆਪਣੇ ਦਿਲ ਦੀ ਆਵਾਜ਼ ਹੁੰਦੀ ਹੈ, ਆਵਾਜ਼ ਕਰਦੇ ਨਾ ਮਿਨੀਮਾਈਜ਼ ਕਰੀ ਜਾਂਦੀ ਹੈ, ਕਹਿੰਦੇ ਮਿਣੀ ਜਾਂਦੀ ਹੈ ਲਵ ਡਵ ਆਵਾਜ਼ ਹੁੰਦੀ ਹੈ। ਠੀਕ ਹੈ, ਜਿਹੜਾ ਦਿਲ ਆਵਾਜ਼ ਕੱਢਦਾ, ਕਿਹੜੀ ਆਵਾਜ਼ ਕੱਢਦਾ, ਲਵ ਡਵ ਆਵਾਜ਼ ਕੱਢਦਾ ਹੈਗਾ। ਠੀਕ ਹੈ, ਅਤੇ ਜਿਹੜਾ ਖੱਬਾ ਵੈਂਟਰੀਕਲ ਹੁੰਦਾ ਸਾਰੇ ਸਰੀਰ ਦੇ ਵਿੱਚ ਖੂਨ ਆਪਣੇ ਇਹ ਸਪਲਾਈ ਕਰਦਾ ਗਾ। ਇਹ ਇੱਕ ਵਾਰੀ 'ਚ ਕਿੰਨਾ ਖੂਨ ਸਪਲਾਈ ਕਰਦਾ ਗਾ ਦਿਲ, 70 ਮਿਲੀਲੀਟਰ ਖੂਨ ਇੱਕ ਵਾਰੀ 'ਚ ਭੇਜਦਾ। ਪ੍ਰਸ਼ਨ ਵੀ ਆ ਸਕਦਾ ਕਿ ਬਲੱਡ ਜਿਹੜਾ ਖੂਨ ਹੈ ਇੱਕ ਵਾਰੀ 'ਚ ਕਿੰਨਾ ਪੰਪ ਕਰਦਾ ਗਾ, ਇਹ ਕਰਦਾ 70 ਮਿਲੀਲੀਟਰ। ਇਹ ਖੂਨ ਧਮਨੀ ਅਤੇ ਸ਼ਿਰਾਂ ਦੇ ਵਿੱਚ ਜਾਂਦਾ ਹੈ। ਠੀਕ ਹੈ, ਇਹ ਖੂਨ ਕਾਹਦੇ ਵਿੱਚ ਜਾਂਦਾ ਗਾ, ਧਮਨੀ ਅਤੇ ਸ਼ਿਰਾਂ ਦੇ ਵਿੱਚ ਜਾਂਦਾ ਗਾ। ਇਹ ਗੱਲ ਯਾਦ ਰੱਖਣੀ ਹੈ। ਧਮਨੀ ਨੂੰ ਆਪਾਂ ਕੀ ਕਹਿੰਦੇ ਆ, ਆਰਟਰੀ। ਸ਼ਿਰਾਂ ਨੂੰ ਕੀ ਕਹਿੰਦੇ ਆਪਾਂ, ਅਰੋਟਾ। ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਅਰੋਟਾ ਕਿਸ ਨੂੰ ਕਿਹਾ ਜਾਂਦਾ ਗਾ, ਅਤੇ ਆਰਟਰੀਸ ਕਿਸ ਨੂੰ ਕਿਹਾ ਜਾਂਦਾ। ਆਰਟਰੀ ਧਮਨੀ ਨੂੰ ਕਿਹਾ ਜਾਂਦਾ ਗਾ, ਅਤੇ ਅਰੋਟਾ ਨੂੰ ਕਿਹਾ ਜਾਂਦਾ ਆਪਣੀ ਸ਼ਿਰਾ। ਧਮਨੀ ਦੇ ਵਿੱਚ ਹਮੇਸ਼ਾ ਸ਼ੁੱਧ ਖੂਨ ਆਉਂਦਾ, ਇਹ ਗੱਲ ਵੀ ਯਾਦ ਰੱਖਣੀ ਹੈ, ਅਤੇ ਸ਼ਿਰਾ ਦੇ ਵਿੱਚ ਹਮੇਸ਼ਾ ਅਸ਼ੁੱਧ ਖੂਨ ਹੁੰਦਾ ਗਾ। ਠੀਕ ਹੈ, ਇਸ ਤੋਂ ਬਾਅਦ ਇਹ ਪਲਸ ਦੇ ਵਿੱਚ ਦਿਲ ਦੀ ਧੜਕਣ ਚੱਕੀ, ਪਲਸ ਦੇ ਨਾਲ ਹੀ ਦਿਲ ਦੀ ਸੰਬੰਧ ਹੈ, ਇਹਦਾ ਤੁਹਾਨੂੰ ਪਤਾ ਹੀ ਹੈ। ਜਿਹੜਾ ਆਪਣਾ ਨੋਰਮਲ ਪਲਸ ਰੇਟ ਹੈ, ਨਬਜ ਜਿਹੜੀ ਆਪਣੀ ਨੋਰਮਲ ਦਿਲ ਧੜਕਦਾ ਆਪਣਾ, ਉਹਦੀ ਹੈਗੀ ਹੈ 60 ਤੋਂ ਲੈ ਕੇ 100 ਪ੍ਰਤੀ ਮਿੰਟ। ਵੈਸੇ ਆਪਣਾ ਦਿਲ ਕਿੰਨਾ ਧੜਕਦਾ, 60 ਤੋਂ ਲੈ ਕੇ 100 ਦੇ ਵਿੱਚ ਧੜਕਦਾ 1 ਮਿੰਟ ਦੇ ਵਿੱਚ, ਕਿਉਂਕਿ ਕਦੇ ਆਪਾਂ ਰਨਿੰਗ ਲਾਉਂਦੇ ਹਾਂ, ਕਦੇ ਆਪਾਂ ਬੈਠੇ ਹੁੰਦੇ ਹਾਂ, ਕਦੇ ਆਪਾਂ ਘਬਰਾ ਜਾਂਦੇ ਹਾਂ, ਤਾਂ ਆਪਣਾ ਜਿਹੜਾ ਸਰੀਰ ਇਹ ਟਾਈਮ ਦੇ ਵਿੱਚ ਗਤੀ ਕਰਦਾ ਉਹ 60 ਤੋਂ ਲੈ ਕੇ 100 ਦੇ ਵਿੱਚ ਹੀ ਜਾਂਦਾ ਗਾ। ਪਰ ਜੇ ਆਪਾਂ ਐਵਰੇਜ ਦੇਖੀਏ ਤਾਂ ਇੱਕ ਬੰਦੇ ਦਾ ਦਿਲ ਦੀ ਧੜਕਣ ਹੈ ਜਿਹੜੀ ਉਹ ਕਿੰਨੀ ਹੈ, 72 ਹੈਗੀ। ਜੇ ਪੁੱਛਣਾ ਕਿ ਇੱਕ ਮਿੰਟ ਵਿੱਚ ਦਿਲ ਕਿੰਨੇ ਵਜੇ ਧੜਕਦਾ, 72 ਵਜੇ ਧੜਕਦਾ, ਇਹ ਐਵਰੇਜ ਹੈ। ਜੇ ਪੁੱਛਣਾ ਨਾਰਮਲ ਪਲਸ ਰੇਟ ਕੀ ਹੈਗਾ, 60 ਤੋਂ ਲੈ ਕੇ 100 ਪ੍ਰਤੀ ਮਿੰਟ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਹ ਨਾਲ ਆਪਾਂ ਪਲਸ ਰੇਟ ਚੈੱਕ ਕੀਤਾ ਜਾਂਦਾ। ਦੇਖ ਲਓ, ਆਹ ਯੰਤਰ ਹੁੰਦਾ ਭਾਈ ਜਿਹਦੇ ਨਾਲ ਪਲਸ ਰੇਟ ਚੈੱਕ ਕੀਤਾ ਜਾਂਦਾ। ਇਸ ਤੋਂ ਬਾਅਦ ਅੱਗੇ ਆਪਾਂ ਆ ਗਏ ਰੈਸਪੀਰੇਸ਼ਨ ਰੇਟ, ਜਿਹਨੂੰ ਆਪਾਂ ਸਾਹ ਪ੍ਰਣਾਲੀ ਜਾਂ ਸਰ ਦਰ ਵੀ ਕਹਿ ਦਿੰਦੇ ਹਾਂ। ਇਸ ਵਿੱਚ ਸਾਹ ਲੈਣ ਦੀ ਦਰ ਪਤਾ ਕੀਤੀ ਜਾਂਦੀ ਹੈ। ਸਾਡੇ ਸਰੀਰ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਬਾਹਰ ਕੱਢਦੇ ਹਾਂ ਅਤੇ ਆਕਸੀਜਨ ਅਸੀਂ ਅੰਦਰ ਲੈ ਕੇ ਜਾਂਦੇ ਹਾਂ। ਜਿਹੜੀ ਨੋਰਮਲ ਆਪਣੀ ਸਾਹ ਦਾ ਰੇਟ ਹੈ, ਜਿਹੜਾ ਨੋਰਮਲ ਸਾਹ ਦਰ ਦਾ ਰੇਟ ਆਪਣਾ ਉਹ ਕਿੰਨਾ, 12 ਤੋਂ 20। ਕਹਿਣ ਦਾ ਮਤਲਬ ਕਿ ਜਿਹੜਾ ਆਪਾਂ ਸਾਹ ਲੈਂਦੇ ਹਾਂ 1 ਮਿੰਟ ਦੇ ਵਿੱਚ ਆਪਾਂ 12 ਤੋਂ 20 ਵਾਰ ਸਾਹ ਲੈਂਦੇ ਹਾਂ।
ठीक है, ਪ੍ਰਸ਼ਨ ਪੁੱਛਿਆ ਜਾ ਸਕਦਾ 1 ਮਿੰਟ ਦੇ ਵਿੱਚ ਆਪਾਂ ਕਿੰਨੀ ਤੋਂ ਕਿੰਨੀ ਦਰ ਤੱਕ ਸਾਹ ਲੈਂਦੇ ਹਾਂ, ਤਾਂ 1 ਮਿੰਟ ਦੇ ਵਿੱਚ ਆਪਾਂ 12 ਤੋਂ 20 ਤੱਕ ਸਾਹ ਲੈਂਦੇ ਹਾਂ। ਇਸ ਤੋਂ ਬਾਅਦ ਸਾਹ ਪ੍ਰਣਾਲੀ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ। ਉਹ ਕਿਹੜੀਆਂ ਪ੍ਰੋਬਲਮ ਹੈਗੀਆਂ? ਸਭ ਤੋਂ ਪਹਿਲਾਂ ਦੇਖੋ ਟੈਚੀਪੀਨੀਆ। ਜਦੋਂ ਆਪਾਂ ਨੂੰ ਟੈਚੀਪੀਨੀਆ ਨਾਂ ਦੀ ਬਿਮਾਰੀ ਹੋ ਗਈ, ਪੁੱਛ ਸਕਦੇ ਕਿ ਟੈਚੀਪੀਨੀਆ ਜਿਹੜੀ ਬਿਮਾਰੀ ਉਹ ਕਿਹੜੇ ਸਰੀਰ ਕਿਹੜੀ ਮਤਲਬ ਉਹਦੇ ਸੰਬੰਧਿਤ ਹੈਗੀ, ਕਿਹੜੇ ਭਾਗ ਨਾਲ ਸੰਬੰਧਿਤ ਹੈ? ਤਾਂ ਇਹ ਸੰਬੰਧਿਤ ਹੈਗੀ ਭਾਈ ਆਪਣੀ ਸਾਹ ਪ੍ਰਣਾਲੀ ਨਾਲ ਟੈਚੀਪੀਨੀਆ। ਇਹਦੇ ਵਿੱਚ ਕੀ ਹੋ ਜਾਂਦਾ ਹੈ, ਜਿਹੜੀ ਵਿਅਕਤੀ ਸਾਹ ਦੀ ਦਰ ਹੈਗੀ ਉਹ 24 ਵਾਰ ਤੋਂ ਵੱਧ ਜਾਂਦੀ ਹੈ। ਕਹਿੰਦਾ ਮਤਲਬ ਨੋਰਮਲ ਤਾਂ 12 ਤੋਂ 20 ਹੈ, ਤਾਂ ਇਹ 24 ਤੋਂ ਵੀ ਵੱਧ ਜਾਂਦੇ ਸਾਹ। ਕਹਿੰਦਾ ਮਤਲਬ ਬੰਦਾ ਔਖਾ ਸਾਹ ਲੈਣ ਲੱਗ ਜਾਂਦਾ ਹੈ। ਠੀਕ ਹੈ, ਤਾਂ ਉਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਟੈਚੀਪੀਨੀਆ। ਇਸ ਤੋਂ ਬਾਅਦ ਇੱਕ ਤੁਹਾਨੂੰ ਦੇਖਣ ਨੂੰ ਮਿਲੂਗਾ ਬਰੇਡੀਪੀਨੀਆ। ਬਰੇਡੀਪੀਨੀਆ ਕੀ ਹੁੰਦਾ? ਜੇਕਰ ਸਾਹ ਦੀ ਦਰ 10 ਤੋਂ ਘੱਟ ਹੈ, ਜੇ ਸਾਹ ਦੀ ਦਰ 10 ਤੋਂ ਘੱਟ ਹੋ ਜਾਵੇ ਤਾਂ ਉਸ ਨੂੰ ਆਪਾਂ ਕਿਹੜਾ ਕਹਾਂਗੇ? ਬਰੇਡੀਪੀਨੀਆ ਕਹਾਂਗੇ। ਕਹਿੰਦਾ ਮਤਲਬ ਕਿ ਜਮੀ ਮਤਲਬ 10 ਤੋਂ ਘੱਟ ਗਈ, ਉਹਦਾ 12 ਤੋਂ 20 ਦਾ ਨੋਰਮਲ ਹੁੰਦੀ ਹੈ। ਜਿਹਦਾ 24 ਤੋਂ ਵੱਧ ਗਈ ਫਿਰ ਤਾਂ ਉਹ ਆ ਗਿਆ ਟੈਚੀਪੀਨੀਆ। ਜੇ 10 ਤੋਂ ਵੀ ਘੱਟ ਗਈ ਉਹ ਆ ਗਿਆ ਬਰੇਡੀਪੀਨੀਆ। ਕਹਿੰਦਾ ਮਤਲਬ ਇਹ ਤੋਂ ਟ੍ਰਿਕ ਨਾਲ ਕਰ ਲਓ ਬੈਡ ਕਿ ਬਹੁਤ ਬੁਰਾ ਕੰਮ ਹੋ ਗਿਆ। ਇਸ ਤੋਂ ਬਾਅਦ ਹੀ ਇਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਸਾਹ ਪ੍ਰਣਾਲੀ ਦੇ ਵਿੱਚ, ਅਪੀਨੀਆ। ਪੁੱਛ ਲੈਂਦੇ ਅਪੀਨੀਆ ਦੇ ਵਿੱਚ ਕੀ ਹੋ ਜਾਂਦਾ? ਅਪੀਨੀਆ ਦੇ ਵਿੱਚ ਕੀ ਹੁੰਦਾ? ਅਪੀਨੀਆ ਦਾ ਸੰਬੰਧ ਕਿਹਦੇ ਨਾਲ? ਸਾਹ ਪ੍ਰਣਾਲੀ ਨਾਲ ਹੈ। ਇਹਦੇ ਵਿੱਚ ਬੰਦੇ ਦੀ ਸਾਹ ਨਾਲ ਲੈਣ ਦੀ ਮਤਲਬ ਜਮ੍ਹਾਂ ਖਤਮ ਹੋ ਜਾਂਦੇ। ਤਾਂ ਡਾਕਟਰ ਕਹਿੰਦਾ ਇਹਨੂੰ ਅਪੀਨੀਆ ਹੋ ਗਿਆ, ਮਤਲਬ ਅਪੀਨੀਆ ਦੀ ਕੰਡੀਸ਼ਨ 'ਚ ਆ ਗਿਆ, ਇਹਦਾ ਮਤਲਬ ਸਾਹ ਜਮ੍ਹਾਂ ਬੰਦ ਹੋ ਗਈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਅਪੀਨੀਆ ਕੰਡੀਸ਼ਨ। ਸਮਝੋ ਕਿ ਬੰਦਾ ਮਰਿਆ ਬਰਾਬਰ ਹੋ ਜਾਂਦਾ। ਇਸ ਤੋਂ ਬਾਅਦ ਐਂਡ 'ਤੇ ਆ ਗਿਆ ਆਪਣੇ ਕੋਲ ਡਾਇਸਪੀਨੀਆ। ਡਾਇਸਪੀਨੀਆ ਦੇ ਵਿੱਚ ਕੀ ਹੁੰਦਾ? ਇਹ 'ਚ ਬੰਦੇ ਨੂੰ ਸਾਹ ਔਖਾ ਹੋਣ ਲੱਗ ਜਾਂਦਾ। ਕਹਿੰਦਾ ਸਮਝ ਲਓ ਕਿ ਆਪਣਾ ਕਿਤੇ ਆਪਾਂ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਫਟੇ ਹੋਏ ਹਾਂ, ਜਾਂ ਆਪਾਂ ਸਮਝੋ ਪਾਣੀ 'ਚ ਡੁੱਬ ਗਏ, ਜਾਂ ਆਪਾਂ ਇਹੋ ਜਿਹੀ ਕੰਡੀਸ਼ਨ ਜਿੱਥੇ ਅੱਗ ਲੱਗ ਗਈ, ਜਾਂ ਆਪਾਂ ਪਹਾੜਾਂ ਦੇ ਉੱਪਰ ਚਲੇ ਗਏ, ਮਤਲਬ ਜਿੱਥੇ ਮਾਊਂਟ ਐਵਰੈਸਟ 'ਤੇ ਚਲੇ ਗਏ, ਜਿੱਥੇ ਆਕਸੀਜਨ ਦੀ ਬਹੁਤ ਘਾਟ ਹੋ ਜਾਂਦੀ ਹੈ। ਉੱਥੇ ਜਾ ਕੇ ਆਪਾਂ ਨੂੰ ਜਿਹੜੀ ਬਿਮਾਰੀ ਹੁੰਦੀ ਹੈ, ਕਹਿੰਦਾ ਮਤਲਬ ਜਿਹੜਾ ਉੱਥੇ ਆਪਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਉਸ ਸਥਿਤੀ ਨੂੰ ਆਪਾਂ ਕਹਾਂਗੇ ਡਾਇਸਪੀਨੀਆ। ਠੀਕ ਹੈ, ਇਹ ਸਾਰੇ 'ਤੇ ਯਾਦ ਕਰ ਲਿਓ। ਪੁੱਛ ਸਕਦੇ ਕਿ ਡਾਇਸਪੀਨੀਆ ਕਿਹਨੂੰ ਕਹਿੰਦੇ? ਜਦੋਂ ਆਪਾਂ ਪਹਾੜਾਂ ਦੇ ਵਗ ਜਾਈਏ ਉਹਨੂੰ ਆਪਾਂ ਡਾਇਸਪੀਨੀਆ ਕਹਿੰਦੇ ਨੇ, ਜਦੋਂ ਆਪਾਂ ਸਾਹ ਲੈਣ ਦੇ ਵਿੱਚ ਔਖਾਈ ਆਵੇ। ਠੀਕ ਹੈ, ਆਹ ਦੇਖੋ ਆਹ ਆਕਸੀਜਨ ਲਾਈ ਹੋਈ ਆ, ਸਾਰੀ ਸਿਸਟਮ ਹੁੰਦਾ ਗਾ ਇਹਦੇ ਦੁਆਰਾ ਬੰਦੇ ਨੂੰ ਆਕਸੀਜਨ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਇਸ ਤੋਂ ਬਾਅਦ ਐਂਡ ਵਾਲਾ ਟੌਪਿਕ ਆ ਗਿਆ ਇਸੇ 'ਤੇ। ਇਹਦੇ ਵਿੱਚ ਕੀ ਗੱਲ ਕਰ ਰਹੇ ਨੇ? ਬਲੱਡ ਪ੍ਰੈਸ਼ਰ। ਠੀਕ ਹੈ, ਬਲੱਡ ਪ੍ਰੈਸ਼ਰ। ਇਹਦੇ ਮਤਲਬ ਆਪਾਂ ਕਹਿੰਦੇ ਆਪਾਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਜਾਂਦੇ ਡਾਕਟਰ ਦੇ। ਇਸ ਦੇ ਵਿੱਚ ਸਾਡੇ ਖੂਨ ਦਾ ਦੌਰਾ ਪਤਾ ਕੀਤਾ ਜਾਂਦਾ ਹੈ। ਇਸ ਦੇ ਵਿੱਚ ਕਿਹੜੀ ਸਪੀਡ ਮਿਲੀ ਜਾਂਦੀ ਹੈ? ਆਰਟਰੀ, ਧਮਨੀਆਂ ਦੀ ਦੁਆਰਾ। ਜਿਹੜਾ ਧਮਨੀਆਂ ਦੇਖੋ, ਧਮਨੀਆਂ ਆਪਣੇ ਸਰੀਰ ਵਿੱਚ ਖੂਨ ਭੇਜਦੀਆਂ, ਸ਼ੁੱਧ ਖੂਨ। ਠੀਕ ਹੈ, ਸ਼ੁੱਧ ਦਾ ਮਤਲਬ ਸਾਫ਼ ਸੁਥਰਾ ਖੂਨ ਇਹ ਭੇਜਦੀਆਂ ਗਈਆਂ। ਠੀਕ ਹੈ, ਇਹਦੇ ਨਾਲ ਜਿਹੜਾ ਖੂਨ ਭੇਜਿਆ ਜਾਂਦਾ ਉਹਦੀ ਮਤਲਬ ਗਤੀ ਮਾਪੀ ਜਾਂਦੀ ਕਿ ਕਿਹੜੀ ਗਤੀ ਨਾਲ ਉਹਦਾ ਖੂਨ ਜਾ ਰਿਹਾ ਹੈਗਾ। ਦੇਖੋ ਆਪਾਂ ਦੇਖਦੇ ਹੁੰਦੇ ਹਾਂ ਕਿ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ, ਤੁਹਾਨੂੰ ਦਿਖਾਉਣਾ 1 ਮਿੰਟ। ਆਹ ਦੇਖੋ, ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਆਪਣਾ ਅੱਜ ਦੇ ਟਾਈਮ ਦੇ ਵਿੱਚ ਆਹ ਮਸ਼ੀਨ 'ਤੇ ਚੈੱਕ ਕਰਦਾ ਹੈਗਾ। ਠੀਕ ਹੈ, ਆਹ ਚੀਜ਼ 'ਤੇ ਚੈੱਕ ਕਰਦਾ ਹੈ। ਦੇਖੋ ਆਪਣੇ ਦੋ ਹੁੰਦੇ ਆ, ਇੱਕ ਤਾਂ ਉੱਪਰਲਾ ਬਲੱਡ ਗਰੁੱਪ ਹੁੰਦਾ, ਇੱਕ ਬਲੱਡ ਪ੍ਰੈਸ਼ਰ ਹੁੰਦਾ, ਇੱਕ ਥੱਲੇਲਾ ਬਲੱਡ ਪ੍ਰੈਸ਼ਰ ਆਉਂਦਾ ਹੁੰਦਾ। ਜਿਹੜਾ ਉੱਪਰਲਾ ਹੁੰਦਾ ਇਹਨੂੰ ਆਪਾਂ ਕਹਿੰਦੇ ਸਿਸਟੋਲਿਕ, ਇਹਨੂੰ ਕਹਿੰਦੇ ਨੇ ਆਪਾਂ ਡਾਇਸਟੋਲਿਕ। ਠੀਕ ਹੈ, ਪੁੱਛ ਸਕਦੇ ਕਿ ਜਿਹੜਾ ਉੱਪਰਲਾ ਆਪਣਾ ਬਲੱਡ ਪ੍ਰੈਸ਼ਰ ਹੁੰਦਾ ਉਹਦਾ ਸਿਸਟੋਲ ਕਿਹਾ ਜਾਂਦਾ, ਜਾਂ ਥੱਲੜੇ ਦਾ ਹੁੰਦਾ ਉਹਨੂੰ ਡਾਇਸਟੋਲ ਕਿਹਾ ਜਾਂਦਾ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਉੱਪਰਲੇ ਨੂੰ ਸਿਸ, ਥੱਲੇ ਨੂੰ ਡਾਇਆ, ਇਹ ਗੱਲ ਯਾਦ ਰੱਖਣੀ। ਦੋ ਹੁੰਦੇ ਆਪਣੇ ਬਲੱਡ ਪ੍ਰੈਸ਼ਰ। ਆਹ ਦੇਖੋ, ਆਹ ਲਿਖਿਆ ਹੋਇਆ। ਜਿਹੜਾ ਉੱਪਰਲਾ ਹੁੰਦਾ ਇਹਨੂੰ ਆਪਾਂ ਸਿਸਟੋਲਿਕ ਕਹਿ ਦਿੰਦੇ ਹਾਂ, ਆਹ ਲਿਖਿਆ ਹੋਇਆ। ਠੀਕ ਹੈ, ਜਿਹੜਾ ਥੱਲੇਲਾ ਹੁੰਦਾ ਇਹਨੂੰ ਡਾਇਆ ਕਹਿ ਦਿੰਦੇ ਆਪਾਂ, ਡਾਇਸਟੋਲਿਕ। ਇਹਦਾ ਜਿਹੜਾ ਪ੍ਰੈਸ਼ਰ ਹੁੰਦਾ ਦੇਖੋ, ਇਹਦਾ ਜਿਹੜਾ ਆਪਾਂ ਉਹ ਜਿਹੜਾ ਆਪਣੇ ਕੱਪੜਾ ਚੜ੍ਹਾ ਦਿੰਦੇ ਬਾਂਹ 'ਤੇ, ਉਹ ਪ੍ਰੈਸ਼ਰ ਧਮਨੀਆਂ ਦਾ ਜਿਹੜਾ ਪ੍ਰੈਸ਼ਰ ਹੁੰਦਾ ਉਹਨੂੰ ਮਿਲਦਾ ਹੈਗਾ, ਜਿਸ ਨੂੰ ਆਪਾਂ ਆਰਟਰੀ ਕਿਹਾ ਜਾਂਦਾ। ਧਮਨੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਬਲੱਡ ਪ੍ਰੈਸ਼ਰ ਜਾ ਰਿਹਾ ਉਸ ਬਾਰੇ ਦੱਸਦਾ ਹੈਗਾ। ਠੀਕ ਹੈ, ਧਮਨੀਆਂ ਦੇ ਵਿੱਚ ਕਿਸ ਤਰ੍ਹਾਂ ਬਲੱਡ ਪ੍ਰੈਸ਼ਰ ਜਾ ਰਿਹਾ ਹੈਗਾ। ਅਤੇ ਇਹ ਤਾਂ ਦੱਸਦਾ ਬਾਹਰਲਾ ਟੈਂਪਰੇਚਰ, ਬਾਹਰਲਾ ਮਤਲਬ ਜਿਹੜੀ ਆਪਣੀ ਬਾਡੀ ਹੁੰਦੀ ਉਹਦਾ ਬਾਹਰਲੀ ਬਾਡੀ ਦਾ ਬਾਹਰਲਾ ਬਲੱਡ ਪ੍ਰੈਸ਼ਰ ਦੱਸਦਾ ਹੈਗਾ। ਜਿਹੜਾ ਡਾਇਆ ਹੁੰਦਾ ਹੈਗਾ ਇਹ ਦੱਸਦਾ ਆਪਣੀ ਧਮਨੀਆਂ ਦੇ ਅੰਦਰ ਦਾ ਪ੍ਰੈਸ਼ਰ। ਠੀਕ ਹੈ, ਪੁੱਛਿਆ ਜਾ ਸਕਦਾ ਕਿ ਧਮਨੀਆਂ ਦੇ ਅੰਦਰ ਦਾ ਪ੍ਰੈਸ਼ਰ ਕੌਣ ਦੱਸਦਾ ਹੈਗਾ? ਡਾਇਸਟੋਲਿਕ। ਅਤੇ ਧਮਨੀਆਂ ਦੇ ਬਾਹਰਲਾ ਟੈਂਪਰੇਚਰ ਕੌਣ ਦੱਸਦਾ ਹੈਗਾ? ਸਿਸਟੋਲਿਕ। ਜਾਂ ਇਹ ਵੀ ਪੁੱਛ ਸਕਦਾ ਕਿ ਜਦੋਂ ਆਪਾਂ ਬਲੱਡ ਪ੍ਰੈਸ਼ਰ ਬਣਾਉਣ ਜਾਂਦੇ ਹਾਂ, ਕਦੋਂ ਉੱਪਰ ਬਲੱਡ ਪ੍ਰੈਸ਼ਰ ਆਉਂਦਾ ਹੁੰਦਾ ਕਿ ਥੱਲੇ ਆਉਂਦਾ, ਉੱਪਰਲੇ ਦਾ ਕੀ ਨਾਮ ਹੈ, ਥੱਲੇ ਦਾ ਕੀ ਨਾਮ ਹੈ। ਠੀਕ ਹੈ, ਚੀਜ਼ ਇੱਕ ਹੀ ਹੈ, ਮਤਲਬ ਅਲੱਗ ਤਰੀਕੇ ਹੈ ਪ੍ਰਸ਼ਨ ਪੁੱਛਣ ਦੇ ਪੇਪਰ ਵਾਲੇ ਦੀ, ਕਿ ਉਹ ਕਿਸ ਤਰ੍ਹਾਂ ਢੰਗ ਨਾਲ ਪੇਪਰ ਦਾ ਪ੍ਰਸ਼ਨ ਪੁੱਛਦਾ ਹੈਗਾ। ਠੀਕ ਹੈ ਜੀ, ਅਤੇ ਇਹ ਗੱਲ ਯਾਦ ਰੱਖਣੀ। ਸਿਸਟੋਲਿਕ ਆਪਣੇ ਧਮਨੀਆਂ ਦਾ ਬਾਹਰਲਾ ਪ੍ਰੈਸ਼ਰ ਇਹ 'ਚ ਮਿਲਿਆ ਜਾਂਦਾ ਹੈਗਾ, ਅਤੇ ਡਾਇਸਟੋਲ ਦੇ ਵਿੱਚ ਧਮਨੀਆਂ ਦੇ ਅੰਦਰਲਾ ਪ੍ਰੈਸ਼ਰ। ਇਸ ਤੋਂ ਬਾਅਦ ਚੱਲਦੇ ਹਾਂ ਅੱਗੇ। ਜਿਹੜਾ ਆਪਣੇ ਦੇਖੋ, ਜਿਹੜਾ ਆਪਾਂ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਜਾਂਦੇ, ਦੇਖੋ ਇਹ ਗੱਲਾਂ ਤਾਂ ਤੁਹਾਡੇ ਦੇਖੋ ਪੇਪਰ ਦੇ ਵਿੱਚ ਤਾਂ ਜ਼ਰੂਰੀ ਹੈਗੀਆਂ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਚੀਜ਼ਾਂ ਇਹ। ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਆਉਣੀ ਚਾਹੀਦੀ ਹੈ, ਬੇਸਿਕ ਚੀਜ਼ਾਂ ਦੀ ਨੌਲੇਜ। ਠੀਕ ਹੈ ਜੀ, ਦੇਖੋ ਤੁਹਾਡੀ ਨੌਲੇਜ ਕਿੰਨੀ ਤਾਂ ਹਾਈ ਹੋਊਗੀ, ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਸਮਝ ਕਿੰਨੀ ਕੁ ਆਉਂਦੀ ਹੈ ਮੇਰੀ। ਦੇਖੋ ਜਿਹੜਾ ਨੋਰਮਲ ਬੋਡੀ ਟੈਂਪਰੇਚਰ ਆਪਣੀ ਬੋਡੀ ਦਾ ਉਹ ਹੁੰਦਾ ਹੈਗਾ 120 ਤੋਂ 80।
ਜੇ ਆਪਾਂ ਡਾਕਟਰ ਦੇ ਜਾਵਾਂਗੇ, ਜੇ 100 ਉੱਪਰਲਾ ਆਪਣਾ 120 ਥੱਲੇ 80 ਹੈ ਤਾਂ ਬਿਲਕੁਲ ਸਹੀ ਟੈਂਪਰੇਚਰ ਮੰਨਿਆ ਜਾਂਦਾ। ਜੇ 118 70 78 ਤਾਂ ਵੀ ਸਹੀ ਹੁੰਦਾ ਗਾ, ਠੀਕ ਹੈ, ਇਹ ਨੋਰਮਲ ਹੁੰਦਾ। ਇਸ ਤੋਂ ਬਾਅਦ ਜਦੋਂ ਆਪਣੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਜਦੋਂ ਕਿਸੇ ਬੰਦੇ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ, ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਹਾਈਪਰ ਟੈਂਸ਼ਨ। ਜਦੋਂ ਕਿਸੇ ਬੰਦੇ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈਗਾ, ਆਪਾਂ ਤਾਂ ਕਹਿੰਦੇ ਇਹਨੂੰ ਬਲੱਡ ਪ੍ਰੈਸ਼ਰ ਭਾਈ ਇਹਦਾ ਬਲੱਡ ਵੱਧ ਗਿਆ, ਆਪਾਂ ਸਿੱਧਾ ਕਹਿੰਦੇ ਨੇ ਡਾਕਟਰ ਨੂੰ ਕਹੂਗਾ ਇਹਨੂੰ ਹਾਈਪਰ ਟੈਂਸ਼ਨ ਹੋ ਗਿਆ, ਠੀਕ ਹੈ, ਹਾਈਪਰ ਟੈਂਸ਼ਨ ਹੋ ਗਿਆ। ਡਾਕਟਰ ਦੀ ਲੈਂਗੁਏਜ ਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਹਾਈਪਰ ਟੈਂਸ਼ਨ ਕਿਹਾ ਜਾਊਗਾ। ਜੋ ਬਲੱਡ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਹਾਈ ਹੋ ਜਾਵੇ ਤਾਂ ਇਸ ਨਾਂ ਨਾਲ ਪੁਕਾਰਿਆ ਜਾਂਦਾ ਹੈਗਾ, ਠੀਕ ਹੈ। ਜਿਹੜਾ ਵੱਧ ਪ੍ਰੈਸ਼ਰ ਹੋਊਗਾ 140 ਜਦੋਂ 90 ਹੋ ਗਿਆ, ਸਮਝ ਲੈ ਹਾਈ ਬਲੱਡ ਪ੍ਰੈਸ਼ਰ ਦੀ ਨਿਸ਼ਾਨੀ ਹੈ, ਠੀਕ ਹੈ, 140 90, ਠੀਕ ਹੈ। ਇਸ ਤੋਂ ਬਾਅਦ ਹੁੰਦਾ ਲਾਸਟ 'ਤੇ ਹਾਈਪਰ ਟੈਂਸ਼ਨ। ਜਦੋਂ ਆਪਣਾ ਬਲੱਡ ਪ੍ਰੈਸ਼ਰ ਘੱਟ ਜੇ, ਜਿੰਨਾ ਨੋਰਮਲ ਟੈਂਪਰੇਚਰ ਆ ਉਹ ਤੋਂ ਵੀ ਘੱਟ ਜੇ ਤਾਂ ਉਹ ਚੀਜ਼ ਨੂੰ ਕਿਹਾ ਜਾਊਗਾ ਹਾਈਪੋ ਟੈਂਸ਼ਨ। ਜਦੋਂ ਬਲੱਡ ਦਾ ਪ੍ਰੈਸ਼ਰ ਘੱਟ ਜਾਂਦਾ ਹੈ ਤਾਂ ਉਸ ਨੂੰ ਇਸ ਨਾਮ ਨਾਲ ਪੁਕਾਰਿਆ ਜਾਂਦਾ ਹੈ। ਤਾਂ ਇਹ ਕਿੰਨਾ ਹੁੰਦਾ ਗਾ? 90 60। ਉੱਪਰਲਾ 90 ਹੋਊਗਾ, ਥੱਲਾ 60 ਹੋਊਗਾ, ਉਦੋਂ ਸਮਝ ਲਓ ਕਿ ਬੰਦੇ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਜਾਂ ਬੰਦੇ ਨੂੰ ਕੀ ਹੋ ਗਿਆ? ਹਾਈਪੋਟੈਂਸ਼ਨ ਹੋ ਗਈ। ਇਹ ਗੱਲ ਯਾਦ ਰੱਖਣੀ। ਹਾਈਪੋ ਦਾ ਮਤਲਬ ਨੀਚੇ ਅਤੇ ਹਾਈਪਰ ਦਾ ਮਤਲਬ ਉੱਪਰ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ ਜੀ। ਇਹ ਨਾਲ ਆਪਣਾ ਲੈਕਚਰ ਖਤਮ ਹੋ ਚੁੱਕਿਆ। ਇੱਕ ਵਾਰ ਤੁਹਾਨੂੰ ਦੱਸ ਦਿੰਦੇ ਨੇ ਕਿਹੜੀਆਂ ਮੇਨ ਚੀਜ਼ਾਂ ਯਾਦ ਕਰਨੀਆਂ, ਠੀਕ ਹੈ। TBR ਦੀ ਫੁੱਲ ਫਾਰਮ ਯਾਦ ਹੋਣੀ ਚਾਹੀਦੀ ਹੈ। ਵਾਈਟਲ ਸੈਨਾਂ ਦੀ ਸੰਖਿਆ ਯਾਦ ਹੋਣੀ ਚਾਹੀਦੀ ਹੈ। ਵਾਈਟਲ ਸੈਨਾਂ ਦੇ ਜਿਹੜਾ BT ਹੈ, HR, RR, BP, ਇਹਦੀਆਂ ਫੁੱਲ ਫਾਰਮਾਂ ਯਾਦ ਹੋਣੀਆਂ ਚਾਹੀਦੀਆਂ ਜਿਹੜੀਆਂ ਸਾਨੂੰ ਸਾਹਮਣੇ ਦਿੱਤੀਆਂ ਹੋਈਆਂ ਹੈਗੀਆਂ, ਠੀਕ ਹੈ। ਇਸ ਤੋਂ ਬਾਅਦ ਬੋਡੀ ਦਾ ਟੈਂਪਰੇਚਰ ਦੇ ਵਿੱਚ ਔਰੀਅਨ ਰਾਹੀਂ ਕਿੰਨਾ ਟੈਂਪਰੇਚਰ ਹੈ, ਰੈਕਟਰ ਰਾਹੀਂ ਕਿੰਨਾ ਗਾ, ਅਤੇ ਆਕਸੀਲਰੀ ਰਾਹੀਂ ਕਿੰਨਾ, ਇਹ ਚੀਜ਼ ਯਾਦ ਹੋਣੀ ਚਾਹੀਦੀ ਹੈ, ਠੀਕ ਹੈ। ਇਸ ਤੋਂ ਬਾਅਦ ਜਿਹੜੀ ਨੋਰਮਲ ਰੇਂਜ ਆ ਬੋਡੀ ਦੀ ਉਹ ਫਾਈਬਰ, ਪੈਰੈਕਸੀਆ, ਹਾਈਪੋਥਰਮੀਆ ਬਾਰੇ ਪਤਾ ਹੋਣਾ ਚਾਹੀਦਾ, ਹਾਈਪੋਥਰਮੀਆ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। ਇਹਦੋਂ ਪਲਸ ਰੇਟ ਕਿੰਨਾ ਖੂਨ ਪੰਪ ਕਰਦਾ ਗਾ, ਅਤੇ ਨੋਰਮਲ ਪਲਸ ਰੇਟ ਕਿੰਨਾ ਆਪਣਾ, ਦਿਲ ਕਿੰਨੇ ਵਜੇ ਧੜਕਦਾ 1 ਮਿੰਟ ਦੇ ਵਿੱਚ, ਠੀਕ ਹੈ। ਸਾਹ ਪ੍ਰਣਾਲੀ ਦੀ ਨੋਰਮਲ ਸਾਹ ਦੀ ਦਰ ਕਿੰਨੀ ਹੈ। ਜਦੋਂ ਆਪਾਂ ਨੂੰ ਟੈਚੀਪੀਨੀਆ ਹੋ ਜਾਂਦਾ ਜਾਂ ਬ੍ਰੈਡੀਪੀਨੀਆ ਹੋ ਜਾਂਦਾ ਉਦੋਂ ਸਾਹ ਦੀ ਦਰ ਕਿੰਨੀ ਹੋ ਜਾਂਦੀ ਹੈ। ਅਪੀਨੀਆ ਦੇ ਵਿੱਚ ਸਾਹ ਦੀ ਦਰ ਕਿੰਨੀ ਹੋ ਜਾਂਦੀ ਹੈ। ਡਾਇਸਪੀਨੀਆ ਦੇ ਵਿੱਚ ਕਿੰਨੀ ਹੋ ਜਾਂਦੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੇਖਣਾ ਗਾ ਕਿ ਸਿਸਟੋਲਿਕ ਦੇ ਵਿੱਚ ਕਿਹੜਾ ਬਲੱਡ ਪ੍ਰੈਸ਼ਰ ਮਿਲਿਆ ਜਾਂਦਾ ਧਮਨੀਆਂ ਦਾ, ਅਤੇ ਡਾਇਸਟੋਲਿਕ ਦੇ ਵਿੱਚ ਕਿਹੜਾ ਮਿਲਿਆ ਜਾਂਦਾ ਹੈਗਾ, ਅਤੇ ਬਲੱਡ ਪ੍ਰੈਸ਼ਰ ਜਿਹੜਾ ਉੱਤਰਲਾ ਹੁੰਦਾ ਉਹਦਾ ਕੀ ਨਾਮ ਹੈ, ਥੱਲੇ ਹੇਠਲੇ ਦਾ ਕੀ ਨਾਮ ਹੈ। ਪੇਸ਼ੈਂਟ ਜਿਵੇਂ ਮਰਜ਼ੀ ਪੁੱਛ ਸਕਦਾ, ਠੀਕ ਹੈ। ਨੋਰਮਲ ਬੋਡੀ ਦਾ ਟੈਂਪਰੇਚਰ ਕਿੰਨਾ ਹੁੰਦਾ? ਟੈਂਪਰੇਚਰ ਨਹੀਂ, ਬਲੱਡ ਪ੍ਰੈਸ਼ਰ ਲਿਖਣਾ ਸੀ ਇੱਥੇ, ਠੀਕ ਹੈ। ਅਤੇ ਬਲੱਡ ਪ੍ਰੈਸ਼ਰ ਲਿਖਣਾ ਸੀ ਪੁੱਤਰੋ, ਥੋੜ੍ਹੀ ਮਿਸਟੇਕ ਹੋ ਗਈ ਇੱਥੇ, ਜੇ ਬਲੱਡ ਪ੍ਰੈਸ਼ਰ ਲਿਖ ਲਓ, ਠੀਕ ਹੈ। 120/80 ਹੁੰਦਾ ਆਪਣੀ ਬਲੱਡ ਪ੍ਰੈਸ਼ਰ ਆਪਣਾ ਨੋਰਮਲ, ਠੀਕ ਹੈ। ਤਾਂ ਇਹ ਸਾਰਾ ਕਰ ਲਿਓ ਭਾਈ ਤੁਸੀਂ, ਅਤੇ ਲੈਕਚਰ ਕਿਵੇਂ ਲੱਗਿਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ। ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਦੇਖੋ ਭਾਈ ਇੰਨੀ ਮਿਹਨਤ ਤੁਹਾਡੇ ਲੈਕਚਰ ਬਣਦੇ, ਜੇ ਤੁਹਾਨੂੰ ਪਸੰਦ ਆਉਣਗੇ ਫਿਰ ਬਣਾ ਦਿਆ ਕਰੂੰਗਾ ਮੈਂ, ਸਿਲੇਬਸ ਥੋੜ੍ਹਾ ਕੰਪਲੀਟ ਕਰਵਾ ਦੂੰਗਾ ਮੈਂ, ਠੀਕ ਹੈ। ਟੈਨਸ਼ਨ ਨਾ ਲਓ। ਮੈਨੂੰ ਇਹ ਹੋਮ ਬੇਸਡ ਕੇਅਰ 'ਤੇ ਮੈਂ ਤਾਂ ਜ਼ੋਰ ਲਾ ਰਿਹਾ ਕਿਉਂਕਿ ਦੂਸਰਾ ਤਾਂ ਤੁਹਾਨੂੰ ਮੈਂ 2 ਦਿਨਾਂ 'ਚ ਹੀ ਕਰਵਾ ਦਾਂ। ਵੈਸੇ ਤਾਂ ਉਹਦੇ ਲੈਕਚਰ ਵੀ ਲਾਇਆ ਕਰੂੰਗਾ, ਤੁਹਾਨੂੰ ਮੈਂ ਥੋੜ੍ਹੇ ਟਾਈਮ 'ਚ ਹੀ ਕਰਵਾ ਦੂੰਗਾ। ਉਦੋਂ ਕੀ ਬੜਾ ਸਿਲੇਬਸ ਹੈ ਨਹੀਂ, ਪਰ ਜ਼ਿਆਦਾ ਪੇਪਰ ਇਹਦੇ ਵਿੱਚ ਆਉਣਾ ਗਾ। ਨੰਬਰ ਤੁਹਾਡੇ ਇਹ ਚੀਜ਼ ਨੇ ਬਣਾਉਣੇ ਆ। ਦੇਖੋ ਉਹ ਜਿਹੜਾ GK ਵਾਲਾ ਪੋਰਸ਼ਨ ਹੈ ਜਿਹੜਾ, ਦੂਸਰੀ ਗੱਲ ਇੱਕ ਭਾਈ ਇਹਦੇ ਵਿੱਚ ਮੈਥ ਵੀ ਹੈ ਨਹੀਂ, ਰੀਜਨਿੰਗ ਵੀ ਇਹਦੇ ਵਿੱਚ ਹੈ ਨਹੀਂ, ਪਲੱਸ ਕੰਪਿਊਟਰ ਜਾਂ ਇਹ ਜਿਹਾ ਕੁਛ ਵੀ ਨਹੀਂ ਹੈਗਾ ਇਹਦੇ ਵਿੱਚ। ਇਹ 'ਚ ਸਿਰਫ GK ਅਤੇ ਹੋਮ ਬੇਸਡ 2 ਸਬਜੈਕਟ ਹੀ ਇਹਦੇ 'ਚ, ਠੀਕ ਹੈ। ਮੈਥ, ਰੀਜਨਿੰਗ, ਇੰਗਲਿਸ਼ ਕੁਛ ਨਹੀਂ ਹੈਗਾ ਇਹਦੇ ਵਿੱਚ। ਉਹ ਕਿਉਂ ਨਹੀਂ ਹੈਗਾ? ਕਿਉਂਕਿ ਜਿਹੜੇ ਨੇ ਨੋਟੀਫਿਕੇਸ਼ਨ ਦਿੱਤਾ ਉਹਦੇ ਨੋਟੀਫਿਕੇਸ਼ਨ ਸਿਰਫ ਇਹਨੇ 2 ਚੀਜ਼ਾਂ ਮੈਂਸ਼ਨ ਕੀਤੀਆਂ, ਹੋਰ ਇਹਨੇ ਕੋਈ ਚੀਜ਼ ਨਹੀਂ ਮੈਂਸ਼ਨ ਕੀਤੀ, ਠੀਕ ਹੈ ਜੀ। ਬਸ ਇਹੀ ਗੱਲ ਦੱਸਣੀ ਸੀ। ਅਤੇ ਲੈਕਚਰ ਧਿਆਨ ਨਾਲ ਲਾਉਣਾ ਸਾਰੇ ਬੱਚਿਆਂ ਨੇ। ਅਤੇ ਇੱਕ ਗੱਲ ਮੈਂ ਤੁਹਾਨੂੰ ਇਹ ਦੱਸਣ ਲੱਗਾ ਸੀ, ਹਾਂ ਦੇਖੋ ਜਿਹੜੀ 8ਵੀਂ ਕਲਾਸ ਤੱਕ ਦੀ GK ਹੈ ਉਹ ਤਾਂ ਹਰੇਕ ਬੰਦਾ ਪੜ੍ਹ ਕੇ ਜਾਊਗਾ। ਇਹ 8ਵੀਂ ਕਹਿ ਤਾਂ ਦਿੰਦੇ ਆ, ਪਰ ਲੈਵਲ ਥੋੜ੍ਹਾ ਜਿਹਾ ਅੱਪ ਹੋਊਗਾ ਇਹਦਾ, ਇਹ ਗੱਲ ਯਾਦ ਰੱਖਣੀ ਹੈ। ਜਿੰਨਾ ਕੁ ਲੈਵਲ ਅੱਪ ਕਰਨਗੇ ਇਹ ਉਨਾ ਕੀ ਆਪਾਂ ਅੱਪ ਕਰ ਦਾਂਗੇ ਇੱਧਰੋਂ, ਠੀਕ ਹੈ। ਦੇਖੋ ਜੇ ਆਪਾਂ ਸੋਚ ਕੇ ਜਾਵਾਂਗੇ ਆਪਾਂ 10 ਨੰਬਰ ਹੀ ਲੈਣਾ, ਫਿਰ ਕਦੇ 10 ਨਹੀਂ ਆਉਂਦੇ ਹੁੰਦੇ। ਜੇ ਆਪਾਂ ਸੋਚਦੇ ਆਪਾਂ 20 ਦੇ ਵਿੱਚੋਂ 10 ਨੰਬਰ ਲੈਣੇ, ਕਦੇ 10 ਨਹੀਂ ਆਉਂਦੇ, ਤੁਹਾਡੇ ਨੰਬਰ 7-8 ਹੀ ਰਹਿ ਜਾਣਗੇ। ਜੇ ਤੁਸੀਂ ਕਹੋਗੇ 20 ਦੇ ਵਿੱਚੋਂ 20 ਨੰਬਰ ਲੈ ਕੇ ਜਾਣਾ, ਫਿਰ ਜਾ ਕੇ ਕਿਤੇ ਤੁਹਾਡੇ 14 ਤੋਂ 12 ਤੋਂ 13 ਨੰਬਰ ਆਉਣਗੇ, ਠੀਕ ਹੈ। ਤਾਂ ਕਰਕੇ ਜਿਹਨਾਂ ਨੇ 8ਵੀਂ ਤੱਕ ਦੀ GK ਕਹੀ ਆਪਾਂ ਉਹਨਾਂ ਤੱਕ ਸੇਮ ਨਹੀਂ ਰਹਿਣਾ, ਆਪਾਂ ਥੋੜ੍ਹੀ ਜਿਹੀ ਐਕਸਟਰਾ ਵੀ ਕਰਾਂਗੇ, ਥੋੜ੍ਹਾ ਜਿਹਾ ਹਾਈ ਲੈਵਲ ਕਰਾਂਗੇ, ਬਾਹਲਾ ਨਹੀਂ, ਥੋੜ੍ਹਾ ਜਿਹਾ ਬਸ, ਠੀਕ ਹੈ। ਮੇਰੇ ਜਿਹਦੇ ਨਾਲ ਜਿਹੜਾ ਬੱਚਾ ਜੁੜਿਆ ਹੋਇਆ ਪੇਪਰ ਦੀ ਗਰੰਟੀ ਹੈ ਭਾਈ, ਪੇਪਰ ਤੁਹਾਡਾ ਕਲੀਅਰ ਹੋ ਜਾਊਗਾ, ਟੈਨਸ਼ਨ ਨਾ ਲਿਓ ਜਮਾਂ ਵੀ, ਠੀਕ ਹੈ ਜੀ। ਅਤੇ ਬਾਕੀ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਅਤੇ ਜਿਹੜੀ ਗੱਲ ਰਹੀ ਹੋਮ ਬੇਸਡ ਦੀ, ਹੋਮ ਬੇਸਡ ਹਰੇਕ ਦੇ ਬੱਸ ਦਾ ਨਹੀਂ ਕੰਮ ਕਰਵਾਉਣਾ, ਠੀਕ ਹੈ। ਹਰੇਕ ਬੰਦਾ ਨਹੀਂ ਹੋਮ ਬੇਸਡ ਹੋਸਪੀਟਲ ਕਰਵਾ ਸਕਦਾ, ਕੋਈ ਹੈ ਜਿਹੜਾ ਕਰਵਾ ਸਕਦਾ ਗਾ, ਠੀਕ ਹੈ। ਤਾਂ ਕਰਕੇ ਬਾਹਲੀ ਥਾਵਾਂ 'ਤੇ ਭੱਜਣ ਨਾਲੋਂ ਇੱਕ ਥਾਂ 'ਤੇ ਰੁਕ ਜਾਓ ਜਿੱਥੇ ਮਰਜ਼ੀ, ਠੀਕ ਹੈ। ਜੇ ਤੁਸੀਂ ਉੱਧਰ ਜਾਂਦੇ ਹੋ ਕਿਤੇ ਹੋਰ ਪਾਸੇ ਭੱਜ ਦਿਓ, ਕਿਤੇ ਹੋਰ ਪਾਸੇ ਭੱਜ ਦਿਓ, ਮੈਂ ਨਹੀਂ ਕਹਿੰਦਾ ਮੇਰੇ ਕੋਲੋਂ ਪੜ੍ਹੋ, ਜਿਹਨੂੰ ਤੁਹਾਨੂੰ ਸਮਝ ਆਉਂਦੀ ਹੈ ਉਹਦੇ ਕੋਲੋਂ ਪੜ੍ਹੋ। ਪਰ ਜਦੋਂ ਆਪਾਂ ਅਲੱਗ-ਅਲੱਗ ਥਾਵਾਂ 'ਤੇ ਜਾਂਦੇ ਨਾ, ਹਰੇਕ ਬੰਦੇ ਦਾ ਟੀਚਰ ਦਾ ਪੜ੍ਹਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਗਾ, ਠੀਕ ਹੈ। ਕੋਈ ਕਿਵੇਂ ਪੜ੍ਹਾਉਂਦਾ, ਕੋਈ ਕਿਵੇਂ ਪੜ੍ਹਾਉਂਦਾ, ਫਿਰ ਨਾ ਤੁਹਾਨੂੰ ਉੱਧਰੋਂ ਸਮਝ ਆਉਂਦਾ, ਨਾ ਤੁਹਾਨੂੰ ਇੱਧਰੋਂ ਸਮਝ ਆਉਂਦਾ, ਠੀਕ ਹੈ। ਤਾਂ ਬਸ ਇਹੀ ਗੱਲ ਦੱਸਣੀ ਸੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ।